ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਮਦੋਂ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਸ੍ਰੀ ਬਾਲਾ ਸੰਦਰ ਵਾਚ ਚਉਪਈ। ਸ੍ਰੀ ਕਰਤਾਰ ਪੁਰਖ ਦੁਖ ਗੰਜਨ, ਭਗਤਨ ਕੇਰ ਸਦਾ ਮਨ ਰੰਜਨ। ਤਿਨ ਤੇ ਬਿਦਾ ਹੋਏ ਹਟ ਆਏ, ਜਗਤ ਗੁਰੂ ਸਿੱਖਨ ਸੁਖਦਾਈ। ਸ੍ਰੀ ਕਰਤਾਰ ਪੁਰਖ ਦੁਖ ਗੰਜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹੈ, ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਰਕੇ ਇਸ ਕਲਯੁਗ ਦੇ ਸਮੇਂ ਵਿੱਚ ਸਾਨੂੰ ਮਨੁੱਖ ਸਰੀਰ ਬਖਸ਼ਿਸ਼ ਕੀਤਾ ਹੈ। 84 ਲੱਖ ਜੋਨ ਉਪਾਈ, 84 ਲੱਖ ਜੂਨਾ ਮਾਲਕ ਨੇ ਪੈਦਾ ਕੀਤੀਆਂ ਹੋਈਆਂ ਨੇ, ਪਰ ਇਸ ਮਾਨਵ ਪ੍ਰਭ ਦੀ ਵਡਿਆਈ ਇਸ ਮਨੁੱਖ ਸਰੀਰ ਨੂੰ ਵਡਿਆਈ ਬਖਸ਼ਿਸ਼ ਜੋ ਕੀਤੀ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਕਲਯੁਗ ਨੂੰ ਧੰਤਾ ਦਾ ਪਾਤਰ ਬਣਾਇਆ ਹੈ। ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਜੇ ਅਸੀਂ ਗੁਰੂ ਦੇ ਭਾਏ ਅਨੁਸਾਰ ਚੱਲੀਏ, ਗੁਰੂ ਦੇ ਪ੍ਰੇਮ ਵਿੱਚ ਭਾਵਨਾ ਅਨੁਸਾਰ, ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਚੱਲੀਏ ਤੇ ਕਲਯੁਗ ਧਨ ਹੈ। ਤੋ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਸਾਨੂੰ ਇਸ ਕਲਯੁਗ ਦੇ ਸਮੇਂ ਵਿੱਚ ਜੀਵਨ ਸਫਲ ਕਰਨ ਵਾਸਤੇ ਆਵਾਗੌਨ ਮੇਟ ਕੇ ਸਦਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਸਹਿਜ ਸਰੂਪ ਦੇ ਵਿੱਚ ਜੁੜ ਕਰਕੇ ਸदैवी ਸਥਿਰਤਾ ਪ੍ਰਾਪਤੀ ਲਈ ਬਖਸ਼ਿਸ਼ਾਂ ਕੀਤੀਆਂ ਹਨ।
ਸਭ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਅਸੀਂ ਲੜੀਵਾਰ ਕਥਾ ਰੂਪ ਵਿੱਚ ਸਰਵਣ ਕਰ ਰਹੇ ਹਾਂ। ਪਿਛਲੇ 2 ਦਿਨਾਂ ਦੇ ਵਿੱਚ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਵਿਸ਼ੇਸ਼ ਇਤਿਹਾਸਕ ਦਿਹਾੜੇ ਹੋਣ ਕਰਕੇ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਇਤਿਹਾਸਕ ਪ੍ਰਸੰਗਾਂ ਨੂੰ ਸਰਵਣ ਕੀਤਾ ਸੀ। ਅੱਜ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਦੇ ਵਿੱਚ ਫਿਰ ਆਪਣਾ ਧਿਆਨ ਜੋੜ ਰਹੇ ਹਾਂ। ਗੁਰੂ ਦੀ ਬਖਸ਼ਿਸ਼ ਦੇ ਨਾਲ ਜਿੱਥੇ ਇਹ 2013 ਈਸਵੀ ਦਾ ਸੰਨ ਜਿਹੜਾ ਇਹ ਗੁਜ਼ਰ ਰਿਹਾ ਹੈ ਤੇ 2014 ਦਾ ਸਾਲ ਜਿਹੜਾ ਉਹ ਨਵਾਂ ਸਾਲ ਆ ਰਿਹਾ ਹੈ। ਉਸ ਦੀ ਆਗਮਨਤਾ ਲਈ ਕਿ ਆਉਣ ਵਾਲਾ ਸਾਲ ਸਮਾਂ ਕਾਲ ਸਾਨੂੰ ਮਾਲਕ ਵਾਹਿਗੁਰੂ ਸੁੱਖਾਂ ਦਾ ਬਖਸ਼ਿਸ਼ ਕਰੇ, ਇਸ ਸੰਬੰਧ ਵਿੱਚ ਉਤਸ਼ਾਹ ਹੋ ਰਹੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਕੱਲ ਤੋਂ ਪ੍ਰਾਰੰਭ ਹਨ। ਰੱਬੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਗੁਰੂ ਚਰਨਾਂ ਵਿੱਚ ਸੰਗਤਾਂ ਸੁਬਾਹ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਖੁਸ਼ੀ ਲੈ ਰਹੀਆਂ ਨੇ। ਨਾਲ ਦੇ ਨਾਲ ਅੱਜ ਦਾ ਜੋ ਸੰਗਤਾਂ ਦੇ ਸ਼ਾਮ ਦੇ ਸੋ ਲੰਗਰਾਂ ਦੀ ਸੇਵਾ ਹੈ, ਬੀਬੀ ਸੁਖਰਾਜ ਕੌਰ ਜੀ ਉਹਨਾਂ ਦੇ ਵੱਲੋਂ ਇਸ ਪ੍ਰਕਾਰ ਗਿੱਲ ਪਰਿਵਾਰ ਹੈ, ਉਹਨਾਂ ਦੇ ਵੱਲੋਂ ਇਹ ਲੰਗਰਾਂ ਦੀ ਸੇਵਾ ਜੋ ਹੋ ਰਹੀ ਹੈ। ਤੋ ਪ੍ਰਬੰਧ ਵੱਲੋਂ ਸੰਗਤਾਂ ਵੱਲੋਂ ਧੰਨਵਾਦ ਹੈ ਜੋ ਸੰਗਤਾਂ ਦੀ ਇਹੋ ਜਿਹੇ ਸਮੇਂ ਤੇ ਸੇਵਾ ਕਰਕੇ ਖੁਸ਼ੀ ਲੈ ਰਹੇ ਨੇ। ਗੁਰੂ ਬਖਸ਼ਿਸ਼ਾਂ ਕਰਨ। ਤੋ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਪ੍ਰਸੰਗ ਦੀ ਲੜੀ ਜੋੜਨ ਵਾਸਤੇ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਾਲਾ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਧਰੂ ਦੀ ਪੁਰੀ ਵਿੱਚ ਪਹੁੰਚੇ ਨੇ। ਧਰੂ ਭਗਤ ਜੀ ਦੀ ਕਥਾ ਦਾ ਬਿਆਨ ਕਰਕੇ ਬਾਲਾ ਮਰਦਾਨਾ ਜੀ ਨੂੰ ਸੋ ਧਰੂ ਜੀ ਦੀ ਪੁਰੀ ਦੇ ਵਿੱਚ ਉੱਥੇ ਹਜ਼ੂਰ ਪਾਤਸ਼ਾਹ ਨੇ ਬਿਠਾਇਆ ਹੈ। ਤੇ ਆਪ ਮੇਰੇ ਸਤਿਗੁਰੂ ਪਾਤਸ਼ਾਹ ਜੀ ਜੋ ਅਨੰਤ ਬੇਅੰਤ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਉਸ ਦੇ ਸੱਚਖੰਡ ਸਰੂਪ ਵਿੱਚ ਪਿਆਨਾ ਕੀਤਾ ਹੈ। ਅਤੇ ਜਿਸ ਤਰੀਕੇ ਦੇ ਨਾਲ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਸਰਗੁਣ ਰੂਪਤਾ ਨਿਰਗੁਣ ਬ੍ਰਹਮ ਸੱਚਖੰਡ ਦੇ ਸਨਮੁਖ ਹੋ ਕਰਕੇ ਬਚਨ ਬਿਲਾਸ ਹੋਏ ਨੇ, ਉਹਨਾਂ ਦਾ ਜ਼ਿਕਰ ਅਸੀਂ ਸਰਵਣ ਕੀਤਾ ਹੈ ਪਿਛਲੇ ਪ੍ਰਸੰਗਾਂ ਦੇ ਵਿੱਚ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਸੱਚਖੰਡ ਦੇ ਵਿੱਚ ਪ੍ਰਵੇਸ਼ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨਿਰਗੁਣ ਬ੍ਰਹਮ ਜੀ ਦਾ ਦਰਸ਼ਨ ਦੀਦਾਰ ਕਰਕੇ ਬਚਨ ਬਿਲਾਸ ਕਰਕੇ ਉੱਥੋਂ ਜਿਵੇਂ ਮੇਰੇ ਸਤਿਗੁਰੂ ਜੀ ਵਾਪਸੀ ਕਰਦੇ ਹੋਏ ਧਰੂ ਦੀ ਪੁਰੀ ਵਿੱਚ ਆਉਂਦੇ ਹਨ, ਇੱਥੋਂ ਅਸੀਂ ਪ੍ਰਸੰਗ ਦੀ ਲੜੀ ਸ਼ੁਰੂ ਕਰ ਰਹੇ ਹਾਂ। ਜਿੱਥੇ ਇਹ ਜਿਹੜਾ ਸੰਨ ਹੈ ਸਾਲ ਇਹ ਪੂਰਾ ਹੋ ਰਿਹਾ ਹੈ, ਉੱਥੇ ਨਾਲ ਦੇ ਨਾਲ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਜੋ ਇਤਿਹਾਸ ਹੈ ਉਸ ਦਾ ਅਸੀਂ ਪੂਰਬਾਰਧ ਜਿਹੜਾ ਹੈ ਅੱਧੀ ਕਥਾ ਜਿਹੜੀ ਹੈ ਪਹਿਲੀ ਉਹ ਸੰਪੂਰਨ ਕੀਤੀ ਹੈ ਔਰ ਗੁਰੂ ਨਾਨਕ ਪ੍ਰਕਾਸ਼ ਦੀ ਚੌਥੀ ਜਿਲਦ ਹੈ ਔਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦਾ ਉਤਰਾਰਧ ਪਿਛਲਾ ਅੱਧ ਜਿਹੜਾ ਹੈ ਉਸ ਨੂੰ ਕਵੀ ਜੀ ਨੇ ਸ਼ੁਰੂ ਕੀਤਾ ਹੈ। ਤੋ ਪ੍ਰਸੰਗ ਦੇ ਵਿੱਚ ਧਿਆਨ ਜੋੜ ਰਹੇ ਹਾਂ। ਗੁਰੂ ਬਖਸ਼ਿਸ਼ ਕਰ ਰਹਿਮਤ ਕਰ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਵੇ ਕਿ ਅਸੀਂ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਸਰੂਪ ਦਾ ਧਿਆਨ ਧਾਰਨ ਕਰਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਕਥਾ ਵਿੱਚ ਮਨ ਜੋੜੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਬਾਲਾ ਸੰਦਰਵਾਚ। ਤੋ ਮੰਗਲਾ ਚਰਨ ਜੋ ਕੀਤੇ ਸਨ ਉਹਨਾਂ ਦਾ ਆਪਾਂ ਵਿਚਾਰ ਕੀਤਾ ਸੀ। ਤੋ ਕਵੀ ਜੀ ਨੇ ਜਾਹਰ ਪੀਰ ਜਗਤ ਗੁਰੂ ਬਾਬਾ ਦੇ ਸੰਬੰਧ ਵਿੱਚ ਇਸ ਪ੍ਰਕਾਰ ਜਸ ਕੀਤਾ ਸੀ। ਪ੍ਰਸੰਗ ਸ਼ੁਰੂ ਹੋ ਰਿਹਾ ਹੈ। ਸ੍ਰੀ ਬਾਲਾ ਜੀ ਸੰਧੂ ਗੋਤ ਵਾਲੇ ਆਵਾਜ਼ ਕਥਨ ਕਰ ਰਹੇ ਹਨ ਜੀ। ਚੌਪਈ ਸ੍ਰੀ ਕਰਤਾਰ ਪੁਰਖ ਦੁਖ ਗੰਜਨ। ਜੋ ਕਰਤਾ ਪੁਰਖ ਕਰਤਾਰ ਪੁਰਖ ਅਕਾਲ ਪੁਰਖ ਪਰਮੇਸ਼ਰ ਕਰਤਾ ਰੂਪ ਹੈ। ਹਜ਼ੂਰ ਕਹਿੰਦੇ ਉਹ ਜੋ ਸਾਰੇ ਦੁੱਖਾਂ ਨੂੰ ਗੰਜਨ ਕੱਟ ਦੇਣ ਵਾਲਾ ਹੈ, ਜੋ ਉਸ ਨੂੰ ਯਾਦ ਕਰਦੇ ਐਸੀਆਂ ਸਿਫਤਾਂ ਵਾਲਾ ਮੇਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜੋ ਹੈ। ਭਗਤਨ ਕੇਰ ਸਦਾ ਮਨ ਰੰਜਨ। ਤੇ ਭਗਤਾਂ ਦੇ ਮਨਾਂ ਨੂੰ ਹਮੇਸ਼ਾ ਰੰਜਨ
ਪ੍ਰਸੰਨਤਾ ਦੇਣ ਵਾਲਾ, ਖੁਸ਼ੀ ਦੇਣ ਵਾਲਾ ਜੋ ਵਾਹਿਗੁਰੂ ਹੈ। ਤਿਨ ਤੇ ਬਿਦਾ ਹੋਏ ਹਟ ਆਏ। ਮੇਰੇ ਸ਼ਹਿਨਸ਼ਾਹ ਪਿਤਾ ਗੁਰੂ ਨਾਨਕ ਪਾਤਸ਼ਾਹ ਜੀ ਉਸ ਅਕਾਲ ਪੁਰਖ ਜੀ ਦੇ ਸੱਚਖੰਡ ਤੋਂ ਵਿਦਾ ਹੋਏ ਨੇ, ਵਾਪਸ ਆ ਰਹੇ ਹਨ। ਜਗਤ ਗੁਰੂ ਸਿੱਖਨ ਸੁਖਦਾਈ। ਜੋ ਜਗਤ ਗੁਰੂ ਹਨ, ਸਿੱਖਾਂ ਨੂੰ ਸੁਖ ਦੇਣ ਵਾਲੇ ਹਨ, ਜੋ ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਦੇ ਨੇ, ਉਹਨਾਂ ਨੂੰ ਸੁਖਦਾਈ ਹਨ। ਸ੍ਰੀ ਅੰਗਦ ਸੁਨੀਏ ਇਤਿਹਾਸਾ। ਬੇਨਤੀ ਕਰਦੇ ਨੇ ਭਾਈ ਬਾਲਾ ਜੀ, ਧੰਨ ਸਾਹਿਬ ਗੁਰੂ ਅੰਗਦ ਦੇਵ ਸਾਹਿਬ, ਗੁਰੂ ਨਾਨਕ ਸਾਹਿਬ ਜੋਤ ਦੇ ਦੂਜੇ ਸਰੂਪ ਜੀ, ਸਰਵਣ ਕਰੋ ਗੁਰੂ ਨਾਨਕ ਸਾਹਿਬ ਦਾ ਜਸ। ਹਮਰੇ ਢਿਗ ਆਏ ਸੁਖ ਰਾਸਾ। ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਪਾਤਸ਼ਾਹ ਜੀ ਸੱਚਖੰਡ ਚੋਂ ਪ੍ਰਵੇਸ਼ ਕਰਕੇ ਵਾਪਸ ਕਹਿੰਦੇ ਧਰੂ ਦੀ ਪੁਰੀ ਵਿੱਚ, ਤੋ ਕਹਿੰਦੇ ਸਾਡੇ ਪਾਸ ਆ ਗਏ ਹਨ। ਜਦੋਂ ਧਰੂ ਮੰਡਲ ਜੋ ਹੁਤੋ ਸੁਹਾਵਾ। ਧਰੂ ਮੰਡਲ ਜੋ ਬੜਾ ਸੋਭਨੀਕ ਹੈ, ਤਹ ਤੇ ਹਮਕੋ ਸੰਗ ਰਲਾਵਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਾਥੀਆਂ ਨੂੰ, ਸੋ ਕਹਿੰਦੇ ਭਾਈ ਬਾਲਾ ਜੀ ਸਾਨੂੰ ਨਾਲ ਰਲਾ ਲਿਆ ਮਹਾਰਾਜ ਨੇ ਆਪਣੇ। ਧਰੂ ਅਵਲੋਕੇ ਆਵਤ ਜਬ ਹੀ। ਤੋ ਜਦੋਂ ਭਗਤ ਧਰੂ ਜੀ ਨੇ, ਜੋ ਕਿ ਅਟਲ ਪਦਵੀ ਨੂੰ ਪ੍ਰਾਪਤ ਨੇ ਪਰਮੇਸ਼ਵਰ ਦੀ ਭਗਤੀ ਕਰਕੇ, ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਆਗਮਨ, ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ ਹੈ ਜਦੋਂ, ਨਮੋ ਪਰਸ ਪਰ ਕੀਏ ਮਿਲ ਤਬ ਹੀ। ਤਦੋਂ ਗੁਰੂ ਪਾਤਸ਼ਾਹ ਦੇ ਸਤਿਕਾਰ ਵਿੱਚ ਧਰੂ ਜੀ ਅੱਗੇ ਹੋ ਕੇ ਮਿਲੇ ਨੇ, ਪਰਸਪਰ ਇੱਕ ਦੂਸਰੇ ਨੂੰ ਸਤਿਕਾਰ ਵਜੋਂ ਨਮਸਕਾਰ ਕੀਤੀ ਹੈ। ਬੂਝਣ ਲੱਗਿਓ ਪਤੇ ਪੁਨ ਸੋਊ। ਹੁਣ ਧਰੂ ਭਗਤ ਜੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹ ਸੱਚਖੰਡ ਦਾ ਜੋ ਮਹਾਰਾਜ ਦਾ ਇੱਕ ਅਚਰਜ ਮਿਲਾਪ ਹੈ, ਉਸ ਦੇ ਪਤੇ ਪੁੱਛਦੇ ਨੇ ਕਿ ਸੱਚਖੰਡ ਕਿਹੋ ਜਿਹਾ। ਮਾਲਕ ਵਾਹਿਗੁਰੂ ਜੀ ਨੇ ਕੀ ਬਚਨ ਬਲਾਸ, ਮਹਾਰਾਜ ਸਾਨੂੰ ਕੁਝ ਪਤਾ ਦੱਸੋ। ਜਹਾਂ ਨਾ ਪਹੁੰਚ ਸਕਿਓ ਕਬ ਕੋ। ਜਿਸ ਸੱਚਖੰਡ ਤੱਕ ਕਦੇ ਵੀ ਇਸ ਰੂਪ ਵਿੱਚ ਕਦੇ ਕੋਈ ਪਹੁੰਚਿਆ ਨਹੀਂ, ਸਰੀਰ ਕਰਕੇ, ਭਾਵੇਂ ਸਰੀਰ ਦਾ ਤਿਆਗ ਕਰਕੇ ਜੋ ਮਾਲਕ ਵਾਹਿਗੁਰੂ ਪਰਮੇਸ਼ਵਰ ਦੇ ਨਿਸਕਾਮ ਹੋ ਕੇ ਭਗਤੀ ਕਰਨ ਵਾਲੇ ਲੋਕ ਨੇ, ਤਿੱਥੇ ਲੋ ਆਕਾਰ, ਲੋਕਾਂ ਦੇ ਕਈ ਆਕਾਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਉੱਥੇ ਵਸਦੇ ਪੁੱਜਦੇ ਨੇ ਸੱਚਖੰਡ ਵਿੱਚ। ਪਰ ਸਰੀਰ ਕਰਕੇ ਤਾਂ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿ ਰਹੇ ਨੇ ਕਿ ਉੱਥੇ ਮਹਾਰਾਜ ਇਸ ਰੂਪ ਵਿੱਚ ਜੇ ਤੱਕਿਆ ਜਾਏ, ਅਸਲ ਵਿੱਚ ਸਾਹਿਬ ਗੁਰੂ ਨਾਨਕ ਦਾ ਸਰੂਪ ਸਰਗੁਣ ਦਾ ਤੇ ਨਿਰਗੁਣ ਦਾ ਭੇਦ ਨਹੀਂ ਹੈ। ਜੇ ਹਜੂਰ ਸਰੀਰ ਕਰਕੇ ਵਿਚਰ ਰਹੇ ਨੇ, ਸੱਚਖੰਡ ਵਾਸੀ ਹੀ ਹਨ, ਤੇ ਜੇ ਸੱਚਖੰਡ ਵਿੱਚ ਜਾ ਕੇ ਪ੍ਰਵੇਸ਼ ਕੀਤਾ ਨਿਰਗੁਣ ਬ੍ਰਹਮ ਦੇ ਵਿੱਚ ਲੀਨ ਨੇ। ਇਹ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਇੱਕ ਅਚਰਜ ਵਿਥਿਆ ਹੈ, ਜਿਸ ਨੂੰ ਅਸੀਂ ਨੀਵੀਆਂ ਸੁਰਤਾਂ ਵਾਲੇ ਸਮਝਣ ਦੀ ਕੋਸ਼ਿਸ਼ ਕਰੀਏ, ਸਮਝ ਵਿੱਚ ਆਉਂਦਾ ਨਹੀਂ। ਜਦੋਂ ਤੱਕ ਸਾਡੀ ਸੁਰਤ ਸ਼ਬਦ ਵਿੱਚ ਜੁੜ ਕੇ ਗੁਰੂ ਦੀ ਬਖਸ਼ਿਸ਼ ਦੀ ਪਾਤਰ ਬਣੇ, ਕਰਮਖੰਡ ਤੱਕ ਦੀ ਪਹੁੰਚ ਕਰੇ, ਸਾਡੇ ਵਿਦਵਾਨਾਂ ਨੇ, ਅਭਿਆਸੀਆਂ ਨੇ ਦਰਸਾਇਆ ਹੈ। ਇਹ ਪੰਜ ਖੰਡ ਜਿਹੜੇ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਜ਼ਿਕਰ ਕੀਤਾ, ਕਰਮਖੰਡ ਬਖਸ਼ਿਸ਼ ਦਾ ਖੰਡ ਜ਼ਰੂਰ ਹੈ, ਪਰ ਉੱਥੇ ਤੱਕ ਪੁੱਜ ਕੇ ਵੀ ਭਾਵੇਂ ਕਰਮਖੰਡ ਕੀ ਬਾਣੀ ਜੋਰ, ਕਰਮਖੰਡੀ ਅਵਸਥਾ ਵਿੱਚ ਪੁੱਜ ਕੇ ਬਖਸ਼ਿਸ਼ ਦਾ ਖੰਡ ਹੈ। ਬਾਣੀ ਵਿੱਚ ਜੋਰ ਹੈ, ਮੁਖ ਚੋਂ ਨਿਕਲਿਆ ਹੋਇਆ ਬਚਨ ਸੱਤ ਹੁੰਦਾ ਹੈ, ਪਰ ਫਿਰ ਵੀ ਜੇ ਕਿਤੇ ਹਉਮੈ ਦੀ ਲੇਸ ਆ ਜਾਏ, ਗਰਾਉ ਦਾ ਖਤਰਾ ਰਹਿੰਦਾ ਹੈ। ਗੁਰੂ ਕਿਰਪਾ ਕਰਨ ਤੇ ਅੱਗੇ ਫਿਰ ਜਦੋਂ ਸੱਚਖੰਡੀ ਅਵਸਥਾ ਬਣਦੀ ਹੈ, ਸੱਚਖੰਡ ਦਾ ਪ੍ਰਵੇਸ਼, ਉੱਥੇ ਸਦਾ ਅਡੋਲਤਾ ਹੈ। ਤੋ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨਿਰਗੁਣ ਤੇ ਸਰਗੁਣ ਥੀਆ ਹੈ, ਆਪ ਤਾਂ ਸਦਾ ਹੀ ਯਕ ਰੰਗ ਯਕ ਰੂਪ ਹਨ, ਇੱਕ ਰੂਪ ਹਨ, ਪਰ ਜੈਸਾ ਇਹ ਉਹਨਾਂ ਦਾ ਕੌਤਕ ਹੈ, ਸਾਨੂੰ ਜਿਵੇਂ ਸਮਝ ਆਵੇ ਉਸ ਦਾ ਜ਼ਿਕਰ ਹੋ ਰਿਹਾ ਹੈ। ਸੱਚਖੰਡ ਕੀ ਦੇਹੋ ਨਿਸ਼ਾਨੀ। ਬੇਨਤੀ ਕੀਤੀ ਧਰੂ ਜੀ ਨੇ, ਮਹਾਰਾਜ ਸੱਚਖੰਡ ਦੀ ਨਿਸ਼ਾਨੀ ਦੱਸੋ ਸਾਨੂੰ, ਮਹਾਰਾਜ ਕਿਹੋ ਜਿਹਾ ਹੈ ਸਾਨੂੰ ਸਮਝਾਓ। ਕੈਸਾ ਦੇਖਿਓ ਪ੍ਰਭ ਨਿਰਬਾਨੀ। ਤੇ ਸੱਚਖੰਡ ਦਾ ਵਾਸੀ ਨਿਰਬਾਨ, ਬੰਧਨਾਂ ਤੋਂ ਮੁਕਤ, ਜੋ ਅਕਾਲ ਪੁਰਖ ਪਰਮੇਸ਼ਵਰ, ਜੋ ਸਰਬ ਵਿਆਪਕ ਵੀ ਹੈ, ਉਹ ਘਟ ਘਟ ਦਾ ਵਾਸੀ ਵੀ ਹੈ, ਐਸਾ ਜੋ ਮਾਲਕ ਹੈ ਮਹਾਰਾਜ, ਉਸ ਦਾ ਪਤਾ ਦਿਓ। ਕੌਣ ਹੈ ਰੂਪ ਰੰਗ ਹੈ ਤਿਨ ਕੋ। ਮਹਾਰਾਜ ਉਸ ਦਾ ਕਿਹੋ ਜਿਹਾ ਰੂਪ ਹੈ, ਕਿਹੋ ਜਿਹਾ ਉਸ ਦਾ ਰੰਗ ਹੈ, ਕੈਸਾ ਸੱਚਖੰਡ
ਕਿ ਕੈਸਾ ਸੱਚਖੰਡ ਦਾ ਨਿਵਾਸੀ ਮਹਾਰਾਜ ਆਪ ਨੇ ਤੱਕਿਆ ਹੈ, ਦੱਸੋ। ਦਰਸ਼ਨ ਜਾਏ ਕੀਨ ਤੁਮ ਜਿਨ ਕੋ, ਜਿਨ੍ਹਾਂ ਦਾ ਤੁਸੀਂ ਮਹਾਰਾਜ ਜਾ ਕੇ ਸੋ ਇਸ ਪ੍ਰਕਾਰ ਦਰਸ਼ਨ ਕੀਤਾ ਹੈ, ਮਹਾਰਾਜ ਸਾਨੂੰ ਵੀ ਉਸ ਦੀ ਸ਼ੋਅ ਬਖਸ਼ੋ ਜੀ। ਆਗੇ ਭਈ ਨ ਕਭੀ ਐਸੇ, ਗਰੀਬ ਨਵਾਜ ਅੱਗੇ ਅੱਜ ਤੱਕ ਕਦੇ ਵੀ ਐਸਾ ਨਹੀਂ ਹੋਇਆ ਹੈ। ਦੇਹ ਸਮੇਤ ਗਏ ਢਿਗ ਜੈਸੇ, ਜਿਸ ਤਰ੍ਹਾਂ ਸਰੀਰ ਦੇ ਸਮੇਤ ਆਪ ਜੀ ਸੱਚਖੰਡ ਗਏ ਹੋ, ਇੱਥੇ ਜਿਹੜੀ ਹੰਧਾਲੀਆਂ ਨੇ ਸਾਡੀ ਪ੍ਰਾਚੀਨ ਸਤਿਗੁਰੂ ਪਾਤਸ਼ਾਹ ਜੀ ਦੀ ਜਨਮ ਸਾਖੀ 'ਚ ਜੋ ਵਿਗਾੜ ਪਾਇਆ, ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ। ਤੋ ਇੱਥੇ ਕੁ ਪਹੁੰਚ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਗੱਲ ਕਹਾ ਦਿੱਤੀ ਹੈ ਕਿ ਜੀ ਇੱਥੇ ਤੁਹਾਡੇ ਤੋਂ ਪਹਿਲਾਂ ਇਸ ਪ੍ਰਕਾਰ ਕਬੀਰ ਭਗਤ ਆਇਆ ਅਤੇ ਬਾਅਦ ਵਿੱਚ ਕਹਿੰਦੇ ਸਾਡਾ ਹਿੰਦਾਲ ਆਊਗਾ। ਇਹੋ ਜਿਹੀਆਂ ਵਿੱਚ ਕਥਾ ਵਾਰਤਾ ਸਿਰਫ ਇਸ ਲਈ ਕਿ ਖਾਲਸੇ ਪੰਥ ਦਾ ਇਹ ਮੁੱਢਲਾ ਇਤਿਹਾਸ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ ਵੱਡਾ ਪ੍ਰਤਾਪ ਹੈ। ਇਸ ਵਾਸਤੇ ਸਾਡੀ ਪੂਜਾ ਹੋਵੇਗੀ ਜੇ ਅਸੀਂ ਇਹੋ ਜਿਹਾ ਕੋਝਾ ਕੋ ਯਤਨ ਕਰ ਲਈਏ। ਇਹੋ ਜਿਹੀਆਂ ਮਾੜੀਆਂ ਨੀਤਾਂ ਦੇ ਨਾਲ ਸਾਡਾ ਪ੍ਰਾਚੀਨ ਇਤਿਹਾਸ ਕੁਝ ਲੋਕਾਂ ਨੇ ਵਿਗਾੜਿਆ। ਤੋ ਕਵੀ ਜੀ ਨੇ ਪਿੱਛੇ ਦੱਸ ਦਿੱਤਾ ਕਿ ਜੋ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦੀ ਹਜ਼ੂਰੀ 'ਚ ਭਾਈ ਬਾਲਾ ਜੀ ਦੀ ਅਸਲੀ ਪੋਥੀ ਸੀ ਜਨਮ ਸਾਖੀ ਦੀ, ਉਹ ਇਹਨਾਂ ਹਿੰਦਾਲੀਆਂ ਦੇ ਹੱਥ ਆ ਗਈ। ਕਿਸੇ ਤਰ੍ਹਾਂ ਇੱਕੋ ਹੀ ਸੀ ਉਹ, ਔਰ ਉਹਨਾਂ ਨੇ ਵਿਗਾੜ ਕੇ ਵਿੱਚ ਜੋ ਕੁਝ ਪਾਉਣਾ ਸੀ ਪਾ ਕੇ ਆਪਣੇ ਵੱਲੋਂ ਉਹ ਜਿਹੜੀ ਪੋਥੀ ਸੀ ਉਸ ਨੂੰ ਇਸ ਪ੍ਰਕਾਰ ਉਹਨਾਂ ਨੇ ਜਿਹੜਾ ਸੀ ਸੋ ਵਿਕਾਰ ਕਰ ਦਿੱਤਾ ਸੀ, ਪਾੜ ਪੂੜ ਕਰਕੇ ਵਿਆਸਾ ਆਦਿ ਵਿੱਚ ਰੋੜ ਦਿੱਤਾ ਸੀ ਤੇ ਸੋਚਿਆ ਸੀ ਵੀ ਇਸ ਤਰੀਕੇ ਨਾਲ ਖਾਲਸਾ ਪੰਥ ਸਾਡੀ ਪੂਜਾ ਕਰੂਗਾ। ਇਹੋ ਜਿਹਾ ਕੁਝ ਯਤਨ ਕੀਤਾ ਸੀ ਉਹਨਾਂ ਨੇ। ਉਤਮ ਭਗਤ ਧਰੂ ਤੁਮ ਸੁਣੀਏ, ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਧਰੂ ਭਗਤ ਜੀ ਤੁਸੀਂ ਬੜੇ ਉੱਤਮ ਭਗਤ ਹੋ ਪਰਮੇਸ਼ਵਰ ਦੇ, ਸਰਵਣ ਕਰੋ ਤੁਹਾਨੂੰ ਦੱਸੀਏ ਸੱਚਖੰਡ ਦਾ ਨਜ਼ਾਰਾ ਸੁਣੋ। ਰੂਪ ਰੰਗ ਤਿਨ ਕੋ ਨਹਿ ਗੁਨੀਏ, ਕਹਿੰਦੇ ਵੀ ਦੇਖੋ ਗੁਣ ਵਿਚਾਰ ਕਰੋ, ਉਹ ਸੱਚਖੰਡ ਦਾ ਤੇ ਸੱਚਖੰਡ ਵਾਸੀ ਦਾ ਨਾ ਕੋਈ ਰੂਪ ਹੈ ਨਾ ਕਿ ਉਸ ਦਾ ਰੰਗ ਹੈ। ਭਗਤਨ ਧਿਆਨ ਹੇਤ ਬਿਨ ਜਾਣਾ, ਇਸ ਪ੍ਰਕਾਰ ਜਿਹੜਾ ਇਸ ਪ੍ਰਕਾਰ ਸੋ ਕਹਿੰਦੇ ਨੇ ਐਸਾ ਜੋ ਮਾਲਕ ਵਾਹਿਗੁਰੂ ਪਰਮੇਸ਼ਵਰ ਹੈ, ਜੋ ਭਗਤਾਂ ਦੇ ਧਿਆਨ ਵਾਸਤੇ ਸੋ ਚੰਦ ਪ੍ਰਕਾਸ਼ ਰੂਪ ਜੋ ਹੈ। ਸੋਹਤ ਸ਼ਿਆਮ ਸਰੂਪ ਸਲੋਨਾ, ਸ਼ਿਆਮ ਤੋਂ ਭਾਵ ਇਥੋਂ ਸੁੰਦਰਤਾ ਦਾ ਹੈ, ਜੋ ਸਲੋਨਾ ਬਹੁਤ ਹੀ ਸੁੰਦਰ ਸ਼ਿਆਮ ਰੂਪ ਜਿਹੜਾ ਹੈ, ਤਾਂ ਇਹੋ ਜਿਹਾ ਉਸ ਮਾਲਕ ਜੀ ਦਾ ਸਰੂਪ ਹੈ। ਸਸ ਸਬਤਾ ਕੋਟਕ ਉਜਿਆਰਾ, ਪਰ ਕਿਹੋ ਜਿਹਾ ਸੋਹਣਾ ਹੈ, ਕਹਿੰਦੇ ਨੇ ਸੂਰਜ ਤੇ ਚੰਦਰਮਾ ਭਾਵੇਂ ਕਰੋੜਾਂ ਚੜ ਜਾਣ, ਪਰ ਕਹਿੰਦੇ ਉਸ ਦੀ ਸੁੰਦਰਤਾ ਦਾ, ਉਸ ਪ੍ਰਕਾਸ਼ ਦਾ ਮੁਕਾਬਲਾ ਨਹੀਂ ਕਰ ਸਕਦਾ। ਬ੍ਰਹਮਾਦਿਕ ਜਿਹ ਪਾਏ ਨ ਪਾਰਾ, ਭਈ ਜਿਸ ਦਾ ਕੋਟ ਸੂਰ ਨਾਨਕ ਪ੍ਰਕਾਸ਼, ਇੰਨਾ ਕੁ ਪਤਾ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਹੈ ਭਈ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਉੱਥੇ ਹੈ, ਪਰ ਜੇ ਸੋ ਚੰਦਾ ਉਗਵੈ ਸੂਰ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਕੋ ਅੰਧਾ, ਉਸ ਦਾ ਹਨੇਰਾ ਹੀ ਰਹਿੰਦਾ ਹੈ, ਸੋ ਬਿਨਾਂ ਗੁਰੂ ਤੋਂ ਉਸ ਦਾ ਪਤਾ ਨਹੀਂ ਮਿਲਦਾ। ਤੋ ਕਹਿੰਦੇ ਨੇ ਐਸਾ ਉਹ ਮਾਲਕ ਵਾਹਿਗੁਰੂ ਪਰਮੇਸ਼ਵਰ ਦਾ ਸਰੂਪ ਹੈ ਪਵਿੱਤਰ। ਬ੍ਰਹਮਾਦਿਕ ਜਿਹ ਪਾਏ ਨ ਪਾਰਾ, ਬ੍ਰਹਮਾ ਤੋਂ ਆਦ ਲੈ ਕੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਉਸ ਪਰਮੇਸ਼ਵਰ ਦਾ ਅੰਤ ਨਹੀਂ ਪਾ ਸਕਦੇ ਹਨ। ਜੋ ਕੋਟ ਕਾਮ ਕੀ ਸੁੰਦਰਤਾਈ, ਕਾਮਦੇਵ ਨੂੰ ਬੜਾ ਸੁੰਦਰ ਮੰਨਿਆ, ਕਹਿੰਦੇ ਕਰੋੜਾਂ ਭਾਵੇਂ ਸੁੰਦਰਤਾਵਾਂ ਇਕੱਠੀਆਂ ਹੋ ਜਾਣ ਐਸੀ ਸੁੰਦਰਤਾ ਨਹੀਂ ਹੋ ਸਕਦੀ। ਇੱਕ ਨਖ ਕੀ ਨਾ ਕਰੇ ਸਮਤਾਈ, ਤੋ ਕਹਿੰਦੇ ਉਸ ਮਾਲਕ ਪਰਮੇਸ਼ਵਰ ਨੂੰ ਜੇ ਬਿਆਨ ਕਰਨਾ ਹੋਵੇ ਤੇ ਉਹਨਾਂ ਦੇ ਸੋ ਸਮਝੋ ਇੱਕ ਅੰਗ ਦੇ 9 ਦੀ ਵੀ ਸ਼ੋਭਾ ਨਹੀਂ ਇਹ ਪ੍ਰਾਪਤ ਕਰ ਸਕਦਾ। ਜਿਸ ਨੇ ਸਭ ਨੂੰ ਸੁੰਦਰਤਾ ਦਿੱਤੀ ਹੈ ਉਹਦੇ ਬਰਾਬਰ ਸੋ ਕੀਤੇ ਕਾ ਨਾਹੀ ਕਿਹੋ ਚਾਰਾ, ਸੋ ਜਿਹੜਾ ਵਾਹਿਗੁਰੂ ਦਾ ਕੀਤਾ ਹੋਇਆ ਹੈ ਸੋ ਇਸ ਪ੍ਰਕਾਰ ਜੋ ਕਾਰਜ ਰੂਪ ਹੈ ਕਰਤੇ ਦਾ ਕਿਵੇਂ ਕਹਿੰਦੇ ਇਸ ਪ੍ਰਕਾਰ ਉਹ ਮੁਕਾਬਲਾ ਕਰ ਸਕਦਾ ਹੈ ਜੀ। ਕੋ ਉਪਮਾ ਮੈਂ ਦੇਵੋ ਤਿਨ ਕੋ, ਦੱਸੋ ਤਾਂ ਮਹਾਰਾਜ ਕਹਿੰਦੇ ਨੇ ਵੀ ਕੀ ਉਪਮਾ, ਕਿਆ ਉਪਮਾ ਤੇਰੀ ਆਖੀ ਜਾਏ, ਕੀ ਉਪਮਾ ਕਹੀ ਉਸ ਮਾਲਕ ਵਾਹਿਗੁਰੂ ਜੀ ਦੀ। ਸਰਬਰ ਕੋਏ ਨਾ ਦੇਖੋ ਜਿਨ ਕੀ, ਜਿਸ ਮਾਲਕ ਵਾਹਿਗੁਰੂ ਸਰਬਰ ਬਰਾਬਰੀ ਕੋਈ ਹੈ ਹੀ ਨਹੀਂ, ਕਿਹਨੂੰ ਕਹੀ ਸੋ ਕਿਸ ਨੂੰ ਕਹੀਏ ਮਾਲਕ ਤੂੰ ਐਸਾ ਹੈ। ਅਨਕ ਬ੍ਰਹਮੰਡ ਦੇਹ ਮਹਿ ਬਨੇ, ਤੋ ਕਹਿੰਦੇ ਐਸਾ ਹੈ ਉਹ ਥੋੜਾ ਜਿਹਾ ਤੁਹਾਨੂੰ ਦੱਸ ਦਈਏ। ਉਸ ਮਾਲਕ ਦਾ ਜੇ ਸਰੂਪ ਮੰਨੀਏ ਤੇ ਉਸ ਪਰਮੇਸ਼ਰ ਦੇ ਸਰੂਪ ਵਿੱਚ ਅਨੇਕਾਂ ਹੀ ਬ੍ਰਹਮੰਡ ਬੜੇ ਹੋਏ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ। ਸਤਿਗੁਰਾਂ ਦੀ ਸੋਭਾ ਵਿੱਚ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਹੈ। ਜਿਉ ਤਰਵਰ ਬਹੁ ਫਲ ਕੇ ਸਨੇ, ਕਹਿੰਦੇ ਜਿਸ ਤਰ੍ਹਾਂ ਕੋਈ ਦਰਖਤ ਹੋਵੇ
ਤੇ ਉਹਨੂੰ ਬਹੁਤ ਫਲ ਲੱਗੇ ਹੋਣ। ਕਹਿਨ ਸੁਨਨ ਤੇ ਜਾਨ ਨ ਅਨੰਤਾ। ਤੇ ਇਸ ਪ੍ਰਕਾਰ ਕਹਿਣ ਤੇ ਸੁਣਨ ਦੇ ਨਾਲ ਕਹਿੰਦੇ ਉਸ ਅਨੰਤ ਬੇਅੰਤ ਨੂੰ ਜਾਣਿਆ ਨਹੀਂ ਜਾ ਸਕਦਾ। ਨਿਖਲ ਭਵਨ ਕੋ ਰਾਜਤ ਕੰਤਾ। ਉਹ ਕੰਤ ਸੁਆਮੀ ਮਾਲਕ ਹੈ। ਨਿਖਲੋ ਜਿਤਨੇ ਵੀ ਇਸ ਭਵਨ ਹਨ ਸਭਨਾਂ ਦਾ ਉਹ ਪਰਮੇਸ਼ਵਰ ਨਿਯੰਤਾ ਪ੍ਰੇਰਕ ਹੈ, ਰਚਨਹਾਰ ਹੈ। ਸਭਨ ਬਿਖੇ ਜਿਹ ਜੋਤ ਸਮਾਨੀ। ਤੇ ਦੇਖ ਜਿਸ ਮਾਲਕ ਦੀ ਜੋਤ ਜਿਹੜੀ ਹੈ ਸਾਰਿਆਂ ਵਿੱਚ ਸਮਾਈ ਹੋਈ ਹੈ। ਇਸ ਵਾਸਤੇ ਜੋਤ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਪਰਮੇਸ਼ਵਰ ਨੂੰ ਜੋਤ ਕਿਹਾ ਹੈ। ਇਸੇ ਵਾਸਤੇ ਗੁਰੂ ਘਰ ਵਿੱਚ ਜੋਤ ਜਗਾਈ ਜਾਂਦੀ ਹੈ। ਜੋਤ ਦੀ ਹੋਂਦ ਹੈ। ਅੱਜ ਤਾਂ ਬਿਜਲੀਆਂ ਹੋ ਗਈਆਂ ਨੇ ਤੇ ਪ੍ਰਾਚੀਨ ਸਮੇਂ ਜਦੋਂ ਨਹੀਂ ਸੀ ਕੁਝ ਹੁੰਦਾ ਤੇ ਉਦੋਂ ਫਿਰ ਜੋਤ ਹੀ ਘਿਓ ਦੀ ਜਗਦੀ ਸੀ। ਤੇ ਉਸ ਮਾਲਿਕ ਵਾਹਿਗੁਰੂ ਪਰਮੇਸ਼ਵਰ ਦਾ ਇੰਨਾ ਕੁ ਸਾਨੂੰ ਸਚਾਈ ਦਾ ਬਿਆਨ ਕੀਤਾ ਕਿ ਸਾਰੇ ਹੀ ਜੀਵਾਂ ਦੇ, ਸਾਡੇ ਸਾਰਿਆਂ ਹਿਰਦਿਆਂ ਦੇ, ਸਰੀਰਾਂ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਇ। ਸੋ ਸਾਰਿਆਂ ਘਟਾਂ ਘਟਾਂ ਦਾ ਵਾਸੀ ਜੋਤ ਰੂਪ ਹੈ। ਜਿਸ ਤਰ੍ਹਾਂ ਜੋਤ ਦਾ ਪ੍ਰਕਾਸ਼ ਹੈ, ਇਸ ਤਰ੍ਹਾਂ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਹੋਂਦ ਦਾ ਸਾਡੇ ਸਰੀਰ ਵਿੱਚ ਪ੍ਰਕਾਸ਼ ਹੈ। ਜਿਸ ਪ੍ਰਕਾਸ਼ ਦੇ ਸਦਕੇ ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਨੱਕ ਸੁੰਘਦਾ ਹੈ, ਸਾਡੀ ਚਮੜੀ ਜਿਹੜੀ ਹੈ ਇਹ ਗਰਮ ਸਰਦ ਨੂੰ ਮਹਿਸੂਸ ਕਰਦੀ ਹੈ, ਜ਼ਬਾਨ ਸਾਡੀ ਸਵਾਦ ਮਾਣਦੀ ਹੈ, ਇਹ ਉਸ ਜੋਤ ਦਾ ਹੀ ਪ੍ਰਕਾਸ਼ ਹੈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈਓ ਘਟਾਂ ਘਟਾਂ ਦਾ ਵਾਸੀ ਵੀ ਹੈ। ਸਦਾ ਅਲੇਪ ਸਰਬ ਕੋ ਦਾਨੀ। ਸਭ ਨੂੰ ਦਾਨ ਦੇਣ ਵਾਲਾ ਦਾਤਾ ਵੀ ਹੈ ਪਰ ਨਿਰਲੇਪ ਵੀ ਹੈ। ਦਾਨ ਦੇ ਕਰਕੇ ਵੀ ਉਹ ਦਾਤਾ ਨਹੀਂ ਕਹਾਉਂਦਾ ਤੇ ਸਾਡੇ ਘਟਾਂ ਘਟਾਂ ਦਾ ਵਾਸੀ ਹੋ ਕਰਕੇ ਤੋ ਕਰਤਾ ਭੁਗਤਾ। ਸੋ ਸਾਰਾ ਕੁਝ ਕਰਮ ਵੀ ਕਰਾਉਂਦਾ ਹੈ। ਇਸ ਪ੍ਰਕਾਰ ਪਦਾਰਥਾਂ ਦੇ ਸਵਾਦ ਮਾਣਦਾ ਹੋਇਆ ਵੀ ਨਿਰਲੇਪ ਹੈ। ਐਸਾ ਉਸ ਨੂੰ ਅਸੰਗ ਕਹੀਦਾ ਹੈ। ਸੁਨ ਕੀਨੋ ਧਰੂ ਹਰਖ ਅਪਾਰ। ਤੇ ਧਰੂ ਭਗਤ ਜੀ ਐਸਾ ਬ੍ਰਹਮ ਦਾ ਗਿਆਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਬਹੁਤ ਖੁਸ਼ ਹੋਏ ਹਨ। ਨਿਰੰਕਾਰ ਕੇ ਤੁਮ ਆਕਾਰ। ਤੇ ਉਸ ਨੇ ਅਰਜ਼ ਕੀਤੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਫਿਰ ਆਹ ਜਿਹੜੀਆਂ ਸਿਫਤਾਂ ਤੁਸੀਂ ਸੁਣਾਈਆਂ ਨੇ ਨਾ, ਉਸ ਦਾ ਜੇ ਰੂਪ ਤੱਕਣਾ ਹੋਏ ਤੇ ਮਹਾਰਾਜ ਉਹ ਗੁਰੂ ਨਾਨਕ ਸਾਹਿਬ ਜੀ ਤੁਸੀਂ ਹੋ। ਐਸੇ ਅਕਾਲ ਪੁਰਖ ਦਾ ਰੂਪ ਆਪ ਜੀ ਹੋ। ਨਿਸ਼ਚਾ ਮੋਹਿ ਅਦਕ ਅਤ ਗਾਢੋ। ਮੈਨੂੰ ਇਸ ਆਪ ਜੀ ਦੇ ਸਰੂਪ ਵਿੱਚ ਬਹੁਤਾ ਹੀ ਗਾਢੋ ਪਰਪੱਕ ਨਿਸ਼ਚਾ ਹੈ ਇਸ ਗੱਲ ਤੇ ਕਿ ਤੁਸੀਂ ਹੀ ਪਰਮੇਸ਼ਵਰ ਦਾ ਸਰੂਪ ਆਕਾਰ ਹੋ। ਧਨ ਭਾਗ ਦੇਖਿਓ ਢਿਗ ਠਾਡੋ। ਧੰਨ ਮੇਰੇ ਭਾਗ, ਮੇਰੇ ਵੱਡੇ ਭਾਗ ਨੇ। ਹੇ ਅਕਾਲ ਪੁਰਖ ਨਿਰੰਜਨ ਸਰੂਪ ਜੀ, ਤੁਹਾਨੂੰ ਮੈਂ ਆਪਣੇ ਹਜ਼ੂਰੀ ਦੇ ਵਿੱਚ ਆਪਣੇ ਕੋਲ ਦਰਸ਼ਨ ਕੀਤੇ, ਤੁਸੀਂ ਮਿਹਰ ਕੀਤੀ ਹੈ, ਮੇਰੇ ਵੱਡੇ ਭਾਗ ਹੋਏ ਹਨ ਅਜ। ਕਲ ਮਹਿ ਨਾਮ ਕਰਹਿ ਉਪਦੇਸਾ। ਗਰੀਬ ਬਨਵਾਜ ਜੀ, ਤੁਸੀਂ ਕਲਯੁਗ ਦੇ ਸਮੇਂ ਵਿੱਚ ਜਾ ਕਰਕੇ ਆਪਣੇ ਹੀ ਸਰੂਪ ਦਾ ਨਾਮ ਦਾ ਉਪਦੇਸ਼ ਕਰੋਗੇ ਜਦੋਂ ਜੀਵਾਂ ਨੂੰ। ਪਾਵਤ ਨਰ ਜੇ ਅਦਕ ਕਲੇਸਾ। ਜਿਹੜੇ ਲੋਕ ਅਨੇਕ ਪ੍ਰਕਾਰ ਦੇ ਕਲੇਸ਼ਾਂ ਵਿੱਚ ਗ੍ਰਸੇ ਹੋਏ ਦੁਖੀ ਹੋ ਰਹੇ ਹਨ, ਸਹਿ ਨਾ ਸਕੇ ਤਿਨ ਕੋ ਦੁਖ ਭਾਰੀ। ਤੁਸੀਂ ਉਹਨਾਂ ਜੀਵਾਂ ਦਾ ਸਭਨਾ ਕਾ ਮਾਂ ਪਿਓ ਆਪ ਹੈ। ਮਾਤਾ ਪਿਤਾ ਰੂਪ ਜੋ ਹੋਏ ਜੀਵਾਂ ਦਾ, ਆਪਣੇ ਬੱਚਿਆਂ ਦਾ ਦੁੱਖ ਕਲੇਸ਼, ਸੋ ਉਹਨਾਂ ਨੂੰ ਸੰਕਟ ਜਿਹੜੇ ਹਨ ਤੁਸੀਂ ਤੱਕ ਨਹੀਂ ਸਕੇ, ਸਹਾਰ ਨਹੀਂ ਸਕੇ ਜਦੋਂ। ਧਰਿਓ ਰੂਪ ਤੁਮ ਪਰ ਉਪਕਾਰੀ। ਤੇ ਤੁਸਾਂ ਨੇ ਇਹ ਰੂਪ ਪਰ ਉਪਕਾਰ ਵਾਸਤੇ ਮਹਾਰਾਜ ਧਾਰਨ ਕੀਤਾ ਹੈ। ਤੋ ਸਭ ਜੀਵਾਂ ਦੇ ਉੱਤੇ ਪਰਉਪਕਾਰ ਕਰਨ ਵਾਸਤੇ ਮਹਾਰਾਜ ਆਪ ਰੂਪ ਵਿੱਚ ਆਏ ਹੋ। ਦੀਨ ਬੰਦ ਹੋ ਦੀਨ ਦਇਆਲਾ। ਠੀਕ ਹੈ। ਸੋ ਮਹਾਰਾਜ ਗਰੀਬ ਬੰਦਾ ਹਰ ਵੇਲੇ ਸੰਕੋਚ ਵਿੱਚ ਹੁੰਦਾ ਕਿ ਮੈਂ ਗਰੀਬ ਹਾਂ, ਜਾਂ ਮੈਂ ਕਿਤੇ ਚੰਗੇ ਉੱਚੇ ਥਾਂ ਤੇ ਚਲਾ ਜਾਵਾਂ ਤਾਂ ਪਤਾ ਨਹੀਂ ਕੋਈ ਮੈਨੂੰ ਕੀ ਕਹੇਗਾ। ਸੰਗ ਹੁੰਦੀ ਹੈ, ਡਰ ਭੈ ਹੁੰਦਾ ਗਰੀਬ। ਤੇ ਮਹਾਰਾਜ ਕਹਿੰਦੇ ਨੇ ਮਹਾਰਾਜ ਤੁਸੀਂ ਦੀਨ ਬੰਦ, ਤੁਸੀਂ ਗਰੀਬਾਂ ਦੇ ਸੰਬੰਧੀ ਹੋ, ਭਾਵ ਗਰੀਬ ਦਾ ਪੱਖ ਕਰਨ ਵਾਲੇ। ਸੋ ਦੀਨਾ ਬੰਦ ਹੋ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਗਰੀਬਾਂ ਤੇ ਦਇਆ ਕਰਨ ਵਾਲੇ ਹੋ, ਦੀਨ ਦਿਆਲ ਹੋ ਜੀ। ਦੀਨਾ ਨਾਥ ਹੈ ਨਾਮ ਵਿਸਾਲਾ। ਹਾਂ ਮਹਾਰਾਜ ਇਸੇ ਵਾਸਤੇ ਹੀ ਤੁਹਾਡਾ ਨਾਮ ਸੋ ਦੀਨਾ ਦਾ ਨਾਥ, ਤੋ ਭਾਵ ਤੁਸੀਂ ਗਰੀਬਾਂ ਦੇ ਸੁਆਮੀ ਹੋ ਜੀ। ਉਸਤਤ ਕੇ ਬਚ ਇਉ ਕਹਿ ਸੁਨ ਕੈ। ਇਉ ਸਾਹਿਬ ਸਤਿਗੁਰੂ ਨਾਨਕ ਸਾਹਿਬ ਜੀ ਧਰੂ ਭਗਤ। ਹੁਣ ਧਰੂ ਦੀ ਭਗਤੀ ਪੂਰਨ, ਪਰਮੇਸ਼ਵਰ ਨੇ ਦਰਸ਼ਨ ਬਖਸ਼ਿਆ,
ਔਰ ਵਾਹਿਗੁਰੂ ਪਰਮੇਸ਼ਵਰ ਨੇ ਆਪਣੇ ਸਰੂਪ, ਆਪਣਾ ਨਿਜ ਸਰੂਪਤਾ ਬਖਸ਼ਿਸ਼ ਕੀਤੀ ਹੋਈ ਹੈ। ਤੇ ਮੇਰੇ ਹਜੂਰ ਪਾਤਸ਼ਾਹ ਜੀ, ਇਹ ਇੱਕ ਅਕਥ ਕਥਾ ਹੈ ਕਿ ਜਿਸ ਭਗਤ ਦੀ ਭਗਤੀ ਤੇ ਪ੍ਰਸੰਨ ਹੋ ਕੇ ਉਸ ਨੂੰ ਆਪਣਾ ਸੱਚ ਸਰੂਪ ਬਖਸ਼ਿਸ਼ ਕੀਤਾ ਹੈ, ਉਹਦੇ ਨਾਲ ਇਹ ਬਚਨ ਵਿਲਾਸ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਕੀਤੇ ਹਨ। ਵੈਸੇ ਕਿਤਕ ਕਾਲ ਜਨ ਗੁਣ ਕੈ, ਇਉਂ ਮਹਾਰਾਜ ਕਿੰਨਾ ਕੁ ਸਮਾਂ ਉਹਦੇ ਕੋਲ ਬੈਠੇ ਨੇ, ਆਪਣਾ ਭਗਤ ਜਾਣ ਕਰਕੇ ਉਹਦੇ ਕੋਲ ਬੈਠੇ ਤੇ ਉਹਨੂੰ ਮਹਾਰਾਜ ਨੇ ਬਚਨ ਵਿਲਾਸ ਬਖਸ਼ਿਸ਼ ਕਰਕੇ ਇਉਂ ਬਖਸ਼ਿਸ਼ ਕੀਤੀ ਹੈ। ਬੋਲੇ ਬਹੁਰ ਸੁਨੋ ਧਰੂ ਪਿਆਰੇ, ਤੇ ਫਿਰ ਬੋਲੇ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, हे ਸਾਡੇ ਪਿਆਰੇ ਭਗਤ ਧਰੂ ਜੀ ਸੁਣੋ। ਅਬ ਚਲਨੇ ਕੀ ਚਾਹੇ ਹਮਾਰੇ, ਦੇਖੋ ਹੁਣ ਸਾਡੀ ਜਾਣ ਦੀ ਇੱਛਾ ਹੈ ਇੱਥੋਂ ਮਾਤ ਲੋਕ ਵਿੱਚ। ਕਰਨੇ ਕਾਜ ਜਾਏ ਤਲ ਛੋਨੀ, ਅਸੀਂ ਧਰਤੀ ਦੇ ਤਲ ਤੇ ਜਾ ਕਰਕੇ, ਇਹਦਾ ਮਤਲਬ ਧਰਤੀ ਦੇ ਤਲ ਤੇ ਆਉਣਾ, ਕਿਸੇ ਹੋਰ ਉੱਚੇ ਤਲ ਤੇ ਪਹੁੰਚੇ ਹੋਏ ਹਨ। ਤੋ ਕਹਿੰਦੇ ਨੇ ਅਸੀਂ ਧਰਤੀ ਦੇ ਤਲ ਤੇ ਜਾ ਕਰਕੇ ਸੋ ਬਹੁਤ ਕਾਰਜ ਕੰਮ ਕਰਨੇ ਹਨ। ਆਇਸ ਦੇਹੋ ਤਵ ਕੀਰਤ ਨੋਨੀ, ਤੋ ਕਹਿੰਦੇ ਨੇ ਤੇਰਾ ਜਸ, ਤੇਰੀ ਕੀਰਤੀ ਬਹੁਤ ਸੁੰਦਰ ਹੈ ਧਰੂ ਜੀ, ਤੇ ਕਿਰਪਾ ਕਰ ਸਾਨੂੰ ਆਗਿਆ ਦਿਓ, ਹੁਣ ਅਸੀਂ ਤੇਰੀ ਪੂਰੀ ਤੋਂ ਹੁਣ ਅਸੀਂ ਧਰਤੀ ਤੇ ਜਾਣਾ ਹੈ। ਧਰੂ ਸੁਨ ਕੇ ਇਵ ਬਚਨ ਉਚਾਰਾ, ਇਹ ਮੇਰੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਨਿਮਰਤਾ ਜਣਾਈ ਹੈ। ਜਦੋਂ ਧਰੂ ਨੇ ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਸਰਵਣ ਕੀਤੇ ਹਨ ਤਾਂ ਆਇਸ ਸਦਾ ਤੁਮਹਿ ਕਰਤਾਰਾ, ਤੇ ਅੱਗੋਂ ਬਚਨ ਕੀਤਾ, ਗਰੀਬ ਨਵਾਜ ਤੁਹਾਨੂੰ ਸਦਾ ਕਰਤਾਰ ਅਕਾਲ ਪੁਰਖ ਪਰਮੇਸ਼ਵਰ ਦੀ ਆਗਿਆ ਹੈ। ਸੱਚਖੰਡ ਤੋਂ ਆਗਿਆ ਲੈ ਕੇ ਤਾਂ ਆਏ ਹੋ ਤੁਸੀਂ। ਵਿਚਰੋ ਜਹ ਇੱਛਾ ਉਰ ਤੇਰੇ, ਜਿਵੇਂ ਮਹਾਰਾਜ ਜੀ ਤੁਹਾਡੇ ਮਨ ਦੀ ਇੱਛਾ ਹੈ, ਤਿਵੇਂ ਹੀ ਪਰਉਪਕਾਰ ਕਰਨ ਲਈ, ਜਗਤ ਦਾ ਭਲਾ ਕਰਨ ਵਾਸਤੇ, ਜਗਤ ਤਾਰਕ ਬਣਨ ਵਾਸਤੇ ਮਹਾਰਾਜ ਜੀ ਆਪ ਜੀ ਇੱਛਾ ਅਨੁਸਾਰ ਵਿਚਰੋ ਜੀ ਆਪਣੀ ਮੌਜ ਵਿੱਚ। ਕਲਮਲ ਨਾਸਹਿ ਦਰਸ਼ਨ ਹੇਰੇ, ਜਿਹੜਾ ਵੀ ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰ ਲਵੇਗਾ, ਹੇਰੇ ਜਿਹੜਾ ਦਰਸ਼ਨ ਕਰੇਗਾ, ਪਾਪ ਉਸ ਦੇ ਦੂਰ ਹੋ ਜਾਣਗੇ। ਤਾਂ ਹੀ ਤਾਂ ਗੁਰੂ ਅਰਜਨ ਦੇਵ ਸਾਹਿਬ ਨੇ ਬਚਨ ਕੀਤੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਾਰਿਆ। ਜਿਨੇ ਸ਼ਰਧਾ ਵਿਸ਼ਵਾਸ ਨਾਲ ਗੁਰੂ ਨਾਨਕ ਨੂੰ ਸੁਣ ਲਿਆ ਤੇ ਕਦੇ ਵੱਡੇ ਭਾਗਾਂ ਨਾਲ ਜਿਹੜਾ ਗੁਰੂ ਨਾਨਕ ਦਾ ਦਰਸ਼ਨ ਕਰ ਲਿਆ, ਕਹਿੰਦੇ ਫਿਰ ਮਾਤਾ ਦੇ ਗਰਭ 'ਚ ਨਹੀਂ ਆਉਣਗੇ, ਉਹ ਮੁਕਤ ਪੁਰਸ਼ ਹਨ। ਕਰੀ ਪਰਸ ਪਰ ਤਬ ਹੀ ਬੰਧਨ, ਤਾਂ ਫਿਰ ਉਸ ਵੇਲੇ ਪਰਸਪਰ ਆਪਸ ਵਿੱਚ ਨਮਸਕਾਰ ਕੀਤੀ ਹੈ। ਤਹਿ ਤੇ ਗਮਨੇ ਦੋਖ ਨਕੰਦਨ, ਦੋਸਾਂ ਨੂੰ ਨਕੰਦ ਕੱਟ ਦੇਣ ਵਾਲੇ ਧੰਨ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਧਰੂ ਮੰਡਲ ਤੋਂ ਚੱਲੇ ਹਨ। ਹੁਣ ਕਿਤਕ ਦੂਰ ਤਬ ਹੀ ਚਲ ਆਏ, ਕਿੰਨੀ ਕੁ ਦੂਰ ਜਿਸਲੇ ਧਰੂ ਦੀ ਪੁਰੀ ਤੋਂ ਆਏ ਹਨ ਤਾਂ ਮਰਦਾਨੇ ਤਬ ਬੈਨ ਅਲਾਏ, ਤੇ ਮਰਦਾਨਾ ਜੀ ਨੇ ਬਚਨ ਕੀਤੇ ਹਨ ਸਤਿਗੁਰਾਂ ਨਾਲ। ਜੇਤੇ ਨਭ ਚਰ ਹੈ ਨਭ ਮਾਹੀ, ਗਰੀਬ ਨਵਾਜ ਇਹ ਜਿਹੜਾ ਆਕਾਸ਼ ਮੰਡਲ ਹੈ, ਇਸ ਆਕਾਸ਼ ਦੇ ਵਿੱਚ ਵੀ ਇਸ ਪ੍ਰਕਾਰ ਨਭ ਚਰ ਜੋ ਆਕਾਸ਼ ਦੇ ਵਿੱਚ ਵਿਚਰਨ ਵਾਲੇ ਨੇ, ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਨਾ ਨਿਸਾਚਰ, ਬਾਣੀ 'ਚ ਬਚਨ ਆਉਂਦਾ ਨਾ, ਨਿਸਾਚਰ ਨਿਸ ਰਾਤ ਦੇ ਵਿੱਚ ਵਿਚਰਨ ਵਾਲੇ ਭੂਤ ਪ੍ਰੇਤ, ਤੇ ਜਿਹੜੇ ਹਨ ਸੋ ਇਸ ਪ੍ਰਕਾਰ ਨਭਚਰ ਆਕਾਸ਼ ਵਿੱਚ ਵਿਚਰਨ ਵਾਲੇ ਜੋ ਦੇਵਤੇ ਲੋਕ ਹਨ। ਧਰੂ ਮੰਡਲ ਸਭ ਤੇ ਉਰਧਾਹੀ, ਤੋ ਉਰਧਾਹੀ ਕਹਿੰਦੇ ਸਾਰਿਆਂ ਤੋਂ ਉੱਚਾ ਧਰੂ ਦਾ ਮੰਡਲ ਹੈ। ਜਿੰਨੇ ਵੀ ਭਗਤ ਲੋਕ ਨੇ, ਦੇਵਤੇ ਲੋਕ ਨੇ, ਆਕਾਸ਼ ਮੰਡਲ ਦੀਆਂ ਪੁਰੀਆਂ, ਬ੍ਰਹਮਾ ਵਿਸ਼ਨੂੰ, ਸਭ ਤੋਂ ਉੱਚੀ ਪੁਰੀ ਜਿਹੜੀ ਆ ਧਰੂ ਮੰਡਲ ਦੀ ਹੈ। ਭੂਤਲ ਤੇ ਊਰਧ ਹੈ ਜੇਤੋ, ਇਹ ਮਹਾਰਾਜ ਧਰਤੀ ਤੋਂ ਕਿਤਨਾ ਉੱਚਾ ਹੈ ਜਿਹੜਾ ਧਰੂ ਤਾਰਾ ਹੈ। ਮੁਝੇ ਬਤਾਵ ਸ੍ਰੀ ਪ੍ਰਭ ਤੇਤੋ, ਇਹ ਸ਼੍ਰੋਮਣੀ ਪ੍ਰਭੂ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ, ਉਹ ਕਿਰਪਾ ਕਰਕੇ ਦੱਸੋ ਜੀ ਕਿੰਨਾ ਉੱਚਾ ਹੈ ਧਰਤੀ ਤੋਂ। ਹਮ ਸੇ ਅਲਪਨ ਕੋ ਇਹ ਥਾਨਾ, ਸਾਡੇ ਵਰਗੇ ਅਲਪ ਤੁਛ ਜੀਵਾਂ ਨੂੰ ਮਹਾਰਾਜ ਆ ਇਹੋ ਜੀਆਂ ਪੁਰੀਆਂ, ਇਹੋ ਜਿਹੇ ਮਹਾਰਾਜ ਉੱਚ ਲੋਕਾਂ ਦੇ ਦਰਸ਼ਨ ਦੀਦਾਰ ਜੋ ਹਨ। ਤੁਮ ਬਿਨ ਕੌਣ ਦਿਖਾਏ ਮਹਾਨਾ, ਇਹ ਮਹਾਨ ਮੇਰੇ ਸਤਿਗੁਰੂ ਨਾਨਕ ਸਾਹਿਬ ਤੁਹਾਡੇ ਤੋਂ ਬਿਨਾਂ ਕੌਣ ਦਿਖਾ ਸਕਦਾ ਸਾਡੇ ਵਰਗਾ ਗਰੀਬਾਂ ਨੂੰ, ਇਹ ਤੁਹਾਡੀ ਮਿਹਰ ਹੈ। ਸ੍ਰੀ ਗੁਰ ਕਹੈ ਸੁਨੋ ਮਰਦਾਨੇ, ਹਜੂਰ ਕਹਿੰਦੇ ਨੇ ਭਾਈ ਮਰਦਾਨਾ ਜੀ ਸਰਵਣ ਕਰੋ। ਧਰੂ ਮੰਡਲ ਜੇਤ ਕੋ ਜੇਤੋ ਕੋ ਪ੍ਰਮਾਨੇ, ਜਿੰਨਾ ਕ ਅੰਦਾਜ਼ਾ ਲਾਇਆ ਜਾਂਦਾ ਹੈ ਸੋ ਧਰੂ ਮੰਡਲ ਦਾ ਸੁਣੋ। 39 ਲੱਖ ਯੋਜਨ ਉੱਚਾ, ਤੋ ਕਿਹਾ ਜਾਂਦਾ ਭਈ 39 ਲੱਖ ਯੋਜਨ ਧਰਤੀ ਤੋਂ ਉੱਚਾ ਹੈ। ਇਹ ਵੀ ਡਾਕਟਰ ਭਾਈ ਵੀਰ ਸੁਣਾ ਨੇ ਜ਼ਿਕਰ ਕੀਤਾ
ਕਿ ਹੰਧਾਲੀਆਂ ਆਦਿਕਾਂ ਨੇ ਕੋਈ ਪੁਰਾਣਕ ਕਥਾ ਦਾ ਇਸ ਪ੍ਰਕਾਰ ਜ਼ਿਕਰ ਜਿਹੜਾ ਇਹ ਕੀਤਾ ਹੈ। ਅੱਜ ਸਾਇੰਸ ਬਹੁਤ ਉੱਚ ਦਰਜੇ ਤੇ ਪੁੱਜੀ ਹੈ ਤੇ ਜਿਸ ਤੋਂ ਇਸ ਪ੍ਰਕਾਰ ਦਾ ਅੰਦਾਜ਼ਾ ਹੈ, ਕਿਉਂਕਿ ਜਿਹੜਾ ਇਸ ਪ੍ਰਕਾਰ ਇਹ ਪੁਲਾੜ ਹੈ, ਹੁਣ ਉਸ ਦੀ ਯਾਤਰਾ ਹੋ ਰਹੀ ਹੈ, ਖੋਜਾਂ ਹੋ ਰਹੀਆਂ ਨੇ। ਅਮਰੀਕਾ ਦੀ ਨਾਸਾ ਏਜੰਸੀ ਜਿਹੜੀ ਆ ਬਹੁਤ ਕੋਸ਼ਿਸ਼ ਕਰ ਰਹੀ ਆਕਾਸ਼ ਮੰਡਲ ਦੀ ਖੋਜ ਦੇ ਵਿੱਚ। ਇਸ ਪ੍ਰਕਾਰ ਜਿਹੜਾ ਹੁਣ ਸੋ ਮੰਗਲ ਗ੍ਰਹਿ, ਮੰਗਲ ਤਾਰਾ ਹੈ, ਸ਼ੁਕਰ ਗ੍ਰਹਿ ਹੈ, ਇਸ ਪ੍ਰਕਾਰ ਚੰਦਰਮਾ ਹੈ, ਉੱਥੋਂ ਤੱਕ ਪਹੁੰਚ ਤੇ ਇਹਨਾਂ ਕੀਤੀ ਹੋਈ ਹੈ। ਇਸ ਲਈ ਉੱਥੋਂ ਵੀ ਜਦੋਂ ਅੱਗੇ ਤੱਕਦੇ ਕਹਿੰਦੇ ਵੀ ਜਿਹੜਾ ਇਹ ਧਰੂਵ ਮੰਡਲ ਹੈ ਨਾ, ਇਹ ਬਹੁਤ ਉੱਚਾ ਹੈ। ਇਸ ਕੇ ਸਰਬਰ ਕੋ ਨਾ ਪਹੁੰਚਾ, ਇਸ ਦੇ ਬਰਾਬਰ ਕੋ ਹੋਰ ਕੋਈ ਉੱਚਾ ਇੱਥੋਂ ਤੱਕ ਪੁੱਜਾ ਨਹੀਂ ਹੈ। ਪ੍ਰਭ ਜੀ ਮੁਝ ਇੱਕ ਅਵਰ ਬਤਾਵੋ। ਤੋ ਮਰਦਾਨਾ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਇੱਕ ਹੋਰ ਬੇਨਤੀ ਹੈ, ਦੱਸੋ ਜੀ। ਲਖ ਅਜਾਨਹ ਮਨ ਖੁਨ ਸਾਵੋ। ਤੋ ਮਹਾਰਾਜ ਦੇਖੋ, ਮੈਂ ਅਣਜਾਣ ਹਾਂ ਤੇ ਗਰੀਬ ਰਾਜ ਮੈਂ ਤੁਹਾਨੂੰ ਬੇਨਤੀਆਂ ਕਰਦਾ, ਪਰ ਇਉਂ ਕਿਰਪਾ ਕਰੋ ਅਣਜਾਣ ਜਾਂ ਜਾਣ ਕੇ ਤੇ ਮੇਰੇ ਤੇ ਤੁਸੀਂ ਮਹਾਰਾਜ ਕਿਤੇ ਨਾਰਾਜ਼ ਨਾ ਹੋਇਓ ਜੀ। ਧਰੂਵ ਮੰਡਲ ਤੇ ਗਏ ਅਗਾਰੀ। ਮਹਾਰਾਜ ਜਦੋਂ ਤੁਸੀਂ ਇਹ ਧਰੂਵ ਦੇ ਮੰਡਲ ਤੋਂ ਅੱਗੇ ਸੱਚਖੰਡ ਵਿੱਚ ਗਏ ਸੀ ਜਦੋਂ, ਕੇਤੀ ਦੂਰ ਕਹੋ ਸੁਖਕਾਰੀ। ਤੋ ਮਹਾਰਾਜ ਇਹ ਸੁੱਖਾਂ ਦੇ ਪੈਦਾ ਕਰਨ ਵਾਲੇ ਮਹਾਰਾਜ, ਸੋ ਕੇਤੀ ਦੂਰ ਕਹੋ, ਦੱਸੋ ਮਹਾਰਾਜ ਕਿੰਨੀ ਕੁ ਦੂਰ ਅੱਗੇ ਧਰੂਵ ਤੋਂ ਅੱਗੇ ਸੱਚਖੰਡ ਕਿੰਨੀ ਕੁ ਦੂਰ ਹੈ। ਅਪਰਮਾਨ ਸੋ ਸੁਨ ਮਰਦਾਨੇ। ਮਹਾਰਾਜ ਕਹਿੰਦੇ ਨੇ ਭਾਈ ਅਪਰਮਾਨ ਸੋ, ਉਹਦੀ ਕੋਈ ਮਿਣਤੀ ਨਹੀਂ ਹੈ ਕਿ ਸੱਚਖੰਡ ਅੱਗੇ ਕਿੰਨਾ ਕੁ। ਅਸਲ ਕਿਉਂਕਿ ਹੈ ਹੀ ਅਗੰਮ ਹੈ, ਤੇ ਉਹ ਜਿਹੜਾ ਹੈ ਸੋ ਆਮ ਪਹੁੰਚਾਂ ਤੋਂ ਪਰੇ ਹੈ, ਜਿਸ ਦਾ ਅੰਦਾਜ਼ਾ ਨਹੀਂ ਹੈ। ਇਹ ਕੀ ਗਿਣਤੀ ਹੋਵੇ ਨਾ ਬਖਾਨੇ। ਇਸ ਵਾਸਤੇ ਉਸ ਦੀ ਕੋਈ ਗਿਣਤੀ ਮਿਣਤੀ ਦੱਸੀ ਹੀ ਨਹੀਂ ਜਾ ਸਕਦੀ, ਅਗੰਮ ਹੈ। ਨਾਮ ਅਨੰਤ ਅਲੇਖ ਅਪਾਰਾ। ਇਸੇ ਵਾਸਤੇ ਉਸ ਦਾ ਨਾਮ ਹੈ ਕਿ ਅਨੰਤ ਹੈ, ਜਿਹਦਾ ਅੰਤ ਨਹੀਂ, ਅਪਾਰ, ਜਿਸ ਦਾ ਨਾ ਉਰਾਰ ਤੇ ਨਾ ਪਾਰ ਹੈ। ਬੇਅੰਤ ਬੇਅੰਤ ਕਰਕੇ ਕਿਹਾ ਜਾਂਦਾ ਹੈ ਜਿਸ ਨੂੰ। ਬ੍ਰਹਮਾਦਿਕ ਇਉ ਕਰਤ ਉਚਾਰਾ। ਤੋ ਬ੍ਰਹਮਾ ਆਦਿਕ ਜਿਨ੍ਹਾਂ ਨੇ ਕੁਛ ਲਿਖਤਾਂ ਕੀਤੀਆਂ ਨੇ, ਵੇਦ ਆਦਿਕ, ਨੇਤ ਨੇਤ ਕਥੰਤ ਵੇਦਾ, ਉਹਨਾਂ ਨੇ ਵੀ ਬੇਅੰਤ ਬੇਅੰਤ ਕਰਕੇ ਕਿਹਾ ਹੈ। ਬੇਅੰਤ ਬੇਅੰਤ ਸੋ ਬੇਅੰਤ ਕੋ ਕਰੰਤ ਪਾਠ ਪੇਖੀਐ। ਦਇਆ ਧਾਰਦ ਖਰਾਬ ਹੈ ਜੇਤੂ। ਤੋ ਉਹ ਆਪ ਹੀ ਕਿਰਪਾ ਕਰਕੇ ਜਿੰਨਾ ਕੁ ਸੋ ਕਿਸੇ ਤੇ ਕਿਰਪਾ ਕਰਕੇ ਵਿਖਾ ਦਿੰਦਾ ਹੈ, ਉਹਨਾਂ ਕੀ ਉਸ ਨੂੰ ਗਿਆਨ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਸਤਗੀਰ ਪੀਰ ਆਦਿਕ ਉਸ ਇਲਾਕੇ ਵਿੱਚ ਜਦੋਂ ਗਏ ਨੇ, ਬਗਦਾਦ ਦੇ ਇਲਾਕੇ ਵਿੱਚ, ਜਦੋਂ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਦੀ ਗੱਲ ਕੀਤੀ, ਤੇ ਇਸ ਪੀਰ ਨੂੰ ਇਹ ਗੱਲ ਸੁਣ ਕਰਕੇ ਤੋ ਬੜਾ ਇਸ ਪ੍ਰਕਾਰ ਕ੍ਰੋਧ ਆਇਆ ਭਈ ਸਾਡੇ ਪੈਗੰਬਰ ਸਾਹਿਬ ਕਹਿੰਦੇ ਨੇ 7 ਪਤਾਲ 7 ਆਕਾਸ਼ 14 ਤਬਕ ਨੇ, ਤੇ ਇਹ ਝੂਠ ਹੈ ਜਿਹੜਾ ਕਦੇ ਲੱਖ ਪਤਾਲ ਲੱਖ ਆਕਾਸ਼ ਮਾਰਾ ਕਹਿੰਦੇ ਨੇ, ਫਿਰ ਕਦੇ ਬੇਅੰਤ ਹੈ। ਪਰ ਜਦੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੋਇਆ ਤੇ ਗੁਰੂ ਸਾਹਿਬ ਨੂੰ ਪੁੱਛਿਆ ਮਹਾਰਾਜ ਭਈ ਸਾਡੇ ਪੈਗੰਬਰ ਸਾਹਿਬ ਜੀ ਤੇ ਕਹਿੰਦੇ 14 ਤਬਕ। ਮਹਾਰਾਜ ਕਹਿੰਦੇ ਠੀਕ ਹੈ। ਕੀ ਮਹਾਰਾਜ ਉਹਨਾਂ ਝੂਠ ਬੋਲਿਆ? ਮਹਾਰਾਜ ਕਹਿੰਦੇ ਬਿਲਕੁਲ ਨਹੀਂ। ਤੇ ਮਹਾਰਾਜ ਤੁਸੀਂ ਲੱਖਾਂ ਕਹਿੰਦੇ ਹੋ? ਕਹਿੰਦੇ ਪੈਗੰਬਰ ਸਾਹਿਬ ਨੇ 14 ਤਬਕ ਦੇਖੇ, ਉਹਨਾਂ 14 ਦੱਸ ਦਿੱਤੇ ਨੇ, ਅਸੀਂ ਲੱਖਾਂ ਦੇਖੇ ਤੁਹਾਨੂੰ ਲੱਖਾਂ ਦੱਸ ਦਿੱਤੇ ਨੇ, ਪਰ ਅੰਤ ਅਜੇ ਵੀ ਨਹੀਂ ਹੈ। ਓੜ ਕੋੜ ਕਪਾਲ ਥੱਕੇ, ਓੜ ਕੇ ਸਿਰਾ ਫਿਰ ਵੀ ਨਹੀਂ ਲੱਭਾ, ਥੱਕ ਗਏ। ਤੇ ਜਿਸ ਵੇਲੇ ਕਿਹਾ ਮਹਾਰਾਜ ਮਨ ਨਹੀਂ ਮੰਨਦਾ। ਅਸਲ ਵਿੱਚ ਗੱਲ ਇਉਂ ਹੁੰਦੀ ਹੈ, ਜਿੱਥੋਂ ਤੱਕ ਸਾਡੀ ਸੁਰਤ, ਸਾਡੀ ਅਕਲ ਸੋਚ ਜਿਹੜੀ ਹੈ, ਜਿੰਨੀ ਕੁ ਸੋਝੀ ਉਸ ਨੂੰ ਮਿਲ ਜਾਂਦੀ, ਉਥੋਂ ਤੱਕ ਉਹਨੂੰ ਸੱਚ ਹੈ ਜੋ ਸਮਝ ਵਿੱਚ ਆ ਗਿਆ। ਜੋ ਉਸ ਦੀ ਸਮਝ ਤੋਂ ਉੱਚਾ ਹੈ ਨਾ, ਉਸ ਨੂੰ ਸਮਝ ਨਹੀਂ ਸਕਦਾ, ਨਿਸ਼ਚਾ ਕਰ ਨਹੀਂ ਸਕਦਾ, ਫਿਰ ਉੱਥੇ ਉਸ ਦੀ ਗਮਤਾ ਨਹੀਂ। ਇਸ ਲਈ ਕਹਿੰਦਾ ਜੀ ਇਹ ਹੋ ਨਹੀਂ ਸਕਦਾ। ਇਸ ਤਰ੍ਹਾਂ ਕਾਫੀ ਕੁਛ ਬਿਆਨ ਗੁਰਬਾਣੀ ਦੇ, ਇਤਿਹਾਸ ਦੇ, ਸਚਾਈ ਦੇ ਐਸੇ ਨੇ ਜਿੱਥੋਂ ਤੱਕ ਆਮ ਪ੍ਰਾਣੀ ਮਾਤਰ ਦੀ ਸੋਝੀ ਨਹੀਂ ਹੁੰਦੀ, ਤੇ ਜਦੋਂ ਉਹ ਗੱਲਾਂ ਸੁਣਦਾ ਹੈ ਤੇ ਉਥੋਂ ਅਮੰਨਾ ਹੋ ਜਾਂਦਾ, ਕਹਿੰਦੇ ਮੇਰਾ ਮਨ ਨਹੀਂ ਮੰਨਦਾ। ਸਮਝਣਾ ਇਹ ਚਾਹੀਦਾ ਆਪਣੇ ਆਪ ਵਿੱਚ ਕਿ ਜੋ ਸਚਾਈ ਹੈ ਉਹ ਜ਼ਰੂਰ ਹੈ, ਪਰ ਸਾਨੂੰ ਅਜੇ ਇੰਨੀ ਉੱਚੀ ਸਮਝ ਮਾਰਨ ਨੇ ਬਖਸ਼ੀ ਨਹੀਂ ਕਿ ਉਸ ਨੂੰ ਅਸੀਂ ਨਿਸ਼ਚਾ ਕਰ ਸਕੀਏ। ਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਜਿਹੜੇ ਸਰੋਤੇ ਗੁਰੂ ਦੀ ਬਖਸ਼ਿਸ਼ ਨਾਲ, ਸਿਮਰਨ ਦੇ ਨਾਲ ਸੋ ਐਸੀ ਪਵਿੱਤਰਤਾ ਆਪਣੀ ਸੁਰਤ ਦੀ ਕਰ ਲੈਂਦੇ ਨੇ, ਉਹਨਾਂ ਨੂੰ ਸਭ ਕੁਝ ਪ੍ਰਤੱਖ ਹੁੰਦਾ ਹੈ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਕਰਿਓ ਜੰਤ ਦੇਖਤ ਹੈ ਤੇਤੂ। ਇਸ ਪ੍ਰਕਾਰ ਸੋ ਮਾਲਿਕ ਨੇ ਜਿਸ ਜੀਵ ਨੂੰ ਜਿੰਨਾ ਕੁ ਸੋਝੀ ਬਖਸ਼ੀ ਹੈ,
ਤੋ ਉਤਨਾ ਕੁ ਕਹਿੰਦੇ ਨੇ ਉਹ ਉਸ ਨੂੰ ਤੱਕਦਾ ਹੈ, ਇਸ ਪ੍ਰਕਾਰ ਵਿਸ਼ਵਾਸ ਕਰਦਾ ਹੈ। ਓਰਕ ਕਾਹੂ ਨਾ ਪਾਇਓ ਕਾਹੂ। ਤਾਂ ਹਜੂਰ ਪਾਤਸ਼ਾਹ ਕਹਿੰਦੇ ਨੇ ਉਸ ਮਾਲਕ ਵਾਹਿਗੁਰੂ ਪਰਮੇਸ਼ਵਰ ਦਾ ਤੇਰਾ ਅੰਤ ਨਾ ਕਿ ਨਹੀਂ ਪਾਇਆ। ਵਾਹਿਗੁਰੂ ਪਰਮੇਸ਼ਵਰ ਦਾ ਕਿਸੇ ਅੰਤ ਨਹੀਂ ਪਾਇਆ ਅੱਜ ਤੱਕ, ਤੇ ਨਾ ਕੋਈ ਪਾ ਹੀ ਸਕੇਗਾ, ਐਸਾ ਬੇਅੰਤ ਹੈ। ਸਰਬ ਅਨੰਤ ਕਹਿ ਮਿਲਤਾਹੂ। ਇਸ ਵਾਸਤੇ ਸਾਰੇ ਹੀ ਮਿਲ ਕਰਕੇ ਅਖੀਰ ਨੂੰ ਅਨੰਤ ਕਹਿ ਦਿੰਦੇ ਨੇ ਕਿ ਬੇਅੰਤ ਹੈ। ਧੰਨ ਧੰਨ ਭਾਖੇ ਮਰਦਾਨਾ। ਤੇ ਮਰਦਾਨਾ ਹੱਥ ਜੋੜ ਕੇ ਨਮਸਕਾਰ ਕਰਦਾ, ਕਹਿੰਦਾ ਧੰਨ ਹੋ ਗੁਰੂ ਨਾਨਕ ਪਾਤਸ਼ਾਹ, ਧੰਨ ਹੋ, ਐਸੀ ਸਚਾਈ ਆਪ ਹੀ ਦੱਸ ਸਕਦੇ ਹੋ। ਕਹੋ ਸਤਨਾਮ ਮਇਆ ਨਿਧਾਨਾ। ਇਹ ਮੇਰੇ ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਤੁਸੀਂ ਸੋ ਪਰਮੇਸ਼ਵਰ ਦਾ ਸੱਚ ਤੇ ਉਸ ਦਾ ਸੱਚਾ ਨਾਮ ਦੱਸ ਰਹੇ ਹੋ। ਨਿਰੰਕਾਰ ਤੁਮ ਮਹਿ ਨਹਿ ਭੇਦਾ। ਤੇ ਮਹਾਰਾਜ ਸਮਝ ਆ ਗਈ, ਤੁਹਾਡੇ ਵਿੱਚ ਤੇ ਨਿਰੰਕਾਰ ਵਿੱਚ ਕੋਈ ਫਰਕ ਨਹੀਂ ਹੈ, ਨਿਰਗੁਣ ਆਪ ਸਰਗੁਣ ਵੀ ਉਹੀ। ਇਸ ਵਾਸਤੇ ਆਪ ਹੀ ਮਹਾਰਾਜ ਪਰਮੇਸ਼ਰ ਰੂਪ ਹੋ ਜੀ। ਕਾਰਨ ਕਰਨ ਅਕਾਲ ਅਛੇਦਾ। ਤੋ ਅਛੇਦ ਕੱਟਣ ਤੋਂ ਰਹਿਤ, ਸਾਰੇ ਕਾਰਨਾਂ ਨੂੰ ਕਰਨ ਵਾਲੇ ਅਕਾਲ ਰੂਪ ਮੇਰੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਆਪ ਹੋ। ਅਬ ਭੂਤਲ ਕੋ ਆਪ ਪਧਾਰੇ। ਗਰੀਬ ਨਵਾਜ ਹੁਣ ਆਪ ਜੀ ਧਰਤੀ ਦੇ ਤਲ ਦੇ ਵੱਲ ਜਾ ਰਹੇ ਹੋ, ਪਧਾਰ ਰਹੇ ਹੋ ਜੀ। ਕੌਣ ਦੇਸ ਆਏ ਪੰਥ ਅਗਾਰੇ। ਮਹਾਰਾਜ ਹੁਣ ਜਾ ਰਹੇ ਆ ਧਰਤੀ ਤੇ, ਕਿਹੜਾ ਇਲਾਕਾ ਆਵੇਗਾ ਅਜੇ ਸਲਾਹਾਂ ਹੋ ਰਹੀਆਂ ਨੇ ਜਾਂ ਗੁਰੂ ਸਾਹਿਬ ਜੀ ਬਿਲਾਸ ਕਰ ਰਹੇ ਨੇ। ਮਰਦਾਨਾ ਪੁੱਛ ਰਿਹਾ ਮਾਰੇ ਹੁਣ ਆਪਾਂ ਕਿੱਧਰ ਨੂੰ ਜਾਣਾ ਅੱਗੇ ਦੱਸੋ। ਕਿਤਕ ਦੇਰ ਮਹਿ ਚੱਲਹੁ ਗੁਸਾਈ। ਸੋ ਚਲੋ, ਸੋ ਇਸ ਪ੍ਰਕਾਰ ਮਹਾਰਾਜ ਕਿੰਨੀ ਕੁ ਦੇਰ ਨੂੰ ਤੁਸੀਂ ਚੱਲੋਗੇ, ਧਰਤੀ ਤੇ ਕਦੋਂ ਕੁ ਪਹੁੰਚਾਂਗੇ ਆਪਾਂ। ਸੁਨ ਕਰ ਸ੍ਰੀ ਗੁਰ ਗਿਰਾ ਇਲਾਈ। ਸੁਣ ਕਰਕੇ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਦੱਸਦੇ ਹਨ। ਦੋਹਰਾ ਸੂਰਤ ਬੰਦਰ ਆਵਾਈ ਨਟਕਾ ਚਟਪਾ ਫੇਰ। ਤੋ ਕਹਿੰਦੇ ਇਸ ਪ੍ਰਕਾਰ ਸੂਰਤ ਬੰਦਰ, ਬੰਦਰ ਤੋਂ ਭਾਵ ਬੰਦਰਗਾਹ ਦਾ ਹੈ, ਸਮੁੰਦਰ ਦਾ ਕਿਨਾਰਾ। ਇਹ ਬੰਬੇ ਆਦਿਕ ਦਾ ਉਧਰ ਦਾ ਇਲਾਕਾ ਹੈ। ਫਿਰ ਇਹ ਨਟਕਾ ਚਟਕਾ ਆਦਿਕ ਨਾਮ ਹਨ ਜਿਹੜੇ। ਮਛਲੀ ਬੰਦਰ ਜਾਏ ਪੁਨ ਸੀਗਰ ਕਰੇ ਨਾ ਦੇਰ। ਫਿਰ ਮਛਲੀ ਬੰਦਰ ਇਸ ਬੰਦਰਗਾਹ ਹੈ। ਇਸ ਪ੍ਰਕਾਰ ਮਦਰਾਸ ਆਦਿਕ ਦਾ ਇਲਾਕਾ ਦੱਸਿਆ ਜਾਂਦਾ ਹੈ। ਇਹ ਪੁਰਾਣੇ ਨਾਂ ਨਹੀਂ। ਤੋ ਕਹਿੰਦੇ ਉਹ ਫਿਰ ਇਸ ਪ੍ਰਕਾਰ ਸਮਾਂ ਅੱਗੇ ਆਵੇਗਾ। ਚਉਪਈ ਇਸ ਪ੍ਰਕਾਰ ਕੇ ਬਚਨ ਬਿਲਾਸਾ। ਇਹੋ ਮੇਰੇ ਸਤਿਗੁਰਾਂ ਦੇ ਨਾਲ ਬਚਨ ਬਿਲਾਸ ਹੋ ਰਹੇ ਨੇ ਭਾਈ ਮਰਦਾਨਾ ਜੀ ਹੁਣਾਂ ਦੇ। ਕਰਤ ਚਲਤ ਸਿੱਖਨ ਸੁਖ ਰਾਸਾ। ਤੋ ਸਿੱਖਾਂ ਨੂੰ ਸੁਖ ਦੇਣ ਵਾਲੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਬਚਨ ਬਿਲਾਸ ਕਰਦੇ ਹੋਏ ਹਜੂਰ ਪਾਤਸ਼ਾਹ ਚਲੇ ਆ ਰਹੇ ਨੇ ਧਰਤੀ ਦੇ ਤਲ ਤੇ। ਸੀਲਾ ਗਿਰ ਪਰ ਜਬ ਚਲ ਆਏ। ਤੋ ਮੇਰੇ ਸਤਿਗੁਰੂ ਜੀ ਉੱਚੀਆਂ ਥਾਵਾਂ ਤੋਂ ਆ ਰਹੇ ਨੇ। ਸੀਲਾ ਗਿਰ ਇੱਕ ਪਹਾੜ ਦਾ ਨਾਮ ਹੈ। ਕਹਿੰਦੇ ਉੱਥੇ ਜਦੋਂ ਪਹੁੰਚੇ ਹਨ ਟਿਕਾਣੇ ਤੇ। ਮਰਦਾਨੇ ਤਬ ਬੈਨ ਅਲਾਏ। ਭਾਈ ਮਰਦਾਨਾ ਜੀ ਨੇ ਬਚਨ ਕੀਤਾ ਸਤਿਗੁਰਾਂ ਨੂੰ। ਇਸ ਪਰਬਤ ਸੁੰਦਰ ਕੇ ਮਾਹੀ। ਮਹਾਰਾਜ ਇਹ ਪਹਾੜ ਬੜਾ ਸੋਹਣਾ ਹੈ। ਇਸ ਪਹਾੜ ਦੇ ਵਿੱਚ ਰਹਿਤ ਸੰਤ ਕਿਦੋਂ ਕੋ ਨਾਹੀ। ਤਾਂ ਮਹਾਰਾਜ ਇਸ ਧਰਤੀ ਦੇ ਉੱਤੇ ਪਹਾੜ ਦੇ ਉੱਤੇ ਕੋਈ ਸੰਤ ਮਹਾਤਮਾ ਰਹਿੰਦੇ ਵੀ ਹਨ ਕਿ ਨਹੀਂ ਇੱਥੇ। ਪਾਸ ਪੰਖੀ ਕੋ ਨਜ਼ਰ ਨਾ ਆਵੇ। ਇੱਥੇ ਮਹਾਰਾਜ ਨਾ ਕੋਈ ਪਸ਼ੂ ਨਾ ਕੋਈ ਪੰਛੀ ਦਿਸਦਾ ਨਹੀਂ ਕੋਈ ਵੀ। ਮਹਾਰਾਜ ਇਹੋ ਜਿਹਾ ਪਹਾੜ ਸੁਣਨਾ ਇਹ। ਸੁਨੋ ਸਭ ਇਸ ਥਾਨ ਦਿਖਾਵੇ। ਜਿੱਧਰ ਨਿਗਾਹ ਮਾਰੀ ਹੈ ਮਾਰ ਸੋਨੀ ਸੁਨ ਦਿਸਦੀ ਹੈ। ਕੈਸੀ ਜਗ੍ਹਾ ਹੈ ਪਾਤਸ਼ਾਹ। ਸ੍ਰੀ ਗੁਰ ਕਹੈ ਸ਼ੁਦਾ ਤੁਹ ਲਾਗੀ। ਮਹਾਰਾਜ ਹੱਸ ਕੇ ਕਹਿੰਦੇ ਮਰਦਾਨਾ ਇਉਂ ਲੱਗਦਾ ਜਿਵੇਂ ਤੈਨੂੰ ਭੁੱਖ ਤੇ ਨਹੀਂ ਲੱਗੀ ਕਿਤੇ। ਕਿਉਂ ਕਰ ਬੂਝਤ ਹੈ ਵੱਡ ਭਾਗੀ। ਵੱਡੇ ਭਾਗਾਂ ਵਾਲੇ ਐਸਾ ਤੂੰ ਕਿਉਂ ਪੁੱਛ ਰਿਹਾ ਦੱਸ। ਇਸ ਗਿਰ ਪਰ ਨਰ ਰਹਿਤ ਨ ਕੋਊ। ਹਜੂਰ ਕਹਿੰਦੇ ਦੇਖ ਇਹ ਜਿਹੜਾ ਪਹਾੜ ਹੈ ਨਾ ਇੱਥੇ ਕੋਈ ਪ੍ਰਾਣੀ ਨਹੀਂ ਰਹਿੰਦਾ, ਇੱਥੇ ਜੀਵਨ ਨਹੀਂ ਹੈ। ਅਗਲੋ ਥਲ ਅਵਲੋਕਤ ਜੋ। ਅੱਗੇ ਜਿਹੜੀ ਤੂੰ ਜਗ੍ਹਾ ਤੱਕ ਰਿਹਾ ਹੈ ਨਾ ਉਹ ਸਾਹਮਣੇ ਤਿਹ ਪਰ ਰਹਿਤ ਰਿਖੀ ਸੁਰ ਭੂਰੰ। ਤੇ ਬਹੁਤ ਸਾਰੇ ਰਿਸ਼ੀ ਮੁਨੀ ਲੋਕ ਉੱਥੇ ਰਹਿੰਦੇ ਨੇ ਤਪ ਕਰਨ ਵਾਲੇ, ਉਹ ਅਗਲੀ ਜਗ੍ਹਾ ਹੈ। ਤਰਵਰ ਬਹੁ ਲਾਗੇ ਫਲ ਰੂਰੰ। ਤੇ ਉੱਥੇ ਇਸ ਪ੍ਰਕਾਰ ਬੜੇ ਸੁੰਦਰ ਸੋ ਦਰਖਤ ਨੇ ਫਲਦਾਰ ਮਰੂਰੇ ਬੜੇ ਸੁੰਦਰ ਫਲ ਲੱਗੇ ਹੋਣ ਦਰਖਤਾਂ ਨੂੰ। ਜੇਕਰ ਤਵ ਮਨ ਮੈਂ ਹੋਵੇ ਚਾਹੀ। ਦੇਖ ਜੇ ਤੇਰੇ ਮਨ ਵਿੱਚ ਇੱਛਾ ਹੈ ਨਾ ਕੁਝ ਛਕਣ ਦੀ। ਚੱਲ ਕਰ ਤਹਿ ਫਲ ਲੀਜੈ ਖਾਹੀ। ਤੂੰ ਉੱਥੇ ਚੱਲ ਕਰਕੇ ਸੁੰਦਰ ਫਲ ਛਕ ਲਵੀਂ। ਸ੍ਰੀ ਪ੍ਰਭ ਸੁਨੀਏ ਸੁਧਾ ਨਾ ਕੋਈ। ਤੇ ਹੱਥ ਜੋੜ ਕੇ ਮਰਦਾਨਾ ਕਹਿੰਦਾ ਗਰੀਬ ਨਵਾਜ ਤੁਹਾਡੀ ਕਿਰਪਾ ਹੈ,
ਹੁਣ ਮੈਨੂੰ ਭੁੱਖ ਕੋਈ ਰਹੀ ਨਹੀਂ ਹੈ। ਜਬ ਕੋ ਬਰ ਦੇ ਕਰ ਤੁਮ ਖੋਈ। ਜਦੋਂ ਤੋਂ ਤੁਸੀਂ ਮਹਾਰਾਜ ਬਚਨ ਕਰਕੇ ਮੈਨੂੰ ਵਰ ਬਖਸ਼ਿਆ, ਹੁਣ ਮੈਨੂੰ ਭੁੱਖ ਦੀ ਕੋਈ ਤਕਲੀਫ ਨਹੀਂ ਹੈ। ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ। ਇਹ ਐਸੀ ਇੱਕ ਅਵਸਥਾ ਹੈ, ਜਿਹੜੇ ਅਭਿਆਸੀ ਲੋਕ ਨੇ ਇਸੇ ਵਾਸਤੇ ਲੰਬਾ ਸਮਾਂ ਸਮਾਧੀ ਲਾ ਲੈਂਦੇ ਨੇ। ਲੰਬੇ ਸਮੇਂ ਤੱਕ ਉਹ ਪੌਣ ਆਹਾਰੀ ਟਿਕ ਕਰਕੇ ਸਿਮਰਨ ਵਿੱਚ ਜੁੜੇ ਰਹਿੰਦੇ ਨੇ, ਕਿਉਂਕਿ ਉਸ ਕਾਦਰ ਨੇ ਐਸੀ ਕੋਈ ਬਰਕਤ ਬਖਸ਼ਿਸ਼ ਕੀਤੀ ਹੋਈ ਹੈ। ਜਦੋਂ ਅਭਿਆਸੀ ਲੋਕ ਸਿਮਰਨ ਵਿੱਚ ਜੁੜ ਜਾਂਦੇ ਨੇ, ਸੁਰਤ ਦੀ ਇਕਾਗਰਤਾ ਬਣ ਜਾਂਦੀ ਹੈ। ਜਦੋਂ ਤੱਕ ਸੋ ਸਰੀਰ ਵਿੱਚ ਸਵਾਸਾਂ ਦੀ ਕਿਰਿਆ ਚੱਲਦੀ ਹੈ, ਦਸਮ ਦੁਆਰ ਦੇ ਵਿੱਚੋਂ ਇੱਕ ਰਸ ਚੋਣਾ ਸ਼ੁਰੂ ਹੋ ਜਾਂਦਾ ਹੈ। ਇਹ ਬਚਨ ਮਿਲਦੇ ਨੇ ਬਾਣੀ ਵਿੱਚੋਂ ਵੀ। ਅੰਮ੍ਰਿਤ ਰਸ ਸਤਿਗੁਰੂ ਚੁਆਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਦਸਮ ਦੁਆਰ ਚੋਂ ਇੱਕ ਰਸ ਚੋਂਦਾ ਹੈ। ਜੋਗੀ ਲੋਕ ਇਸ ਨੂੰ ਮਿੱਠੀ ਕਫ ਦਾ ਨਾਮ ਦਿੰਦੇ ਨੇ। ਮਿੱਠਾ ਰਸ ਹੁੰਦਾ। ਸੋ ਅੰਦਰ ਆਪਣੇ ਆਪ ਤਾਲੂ ਅਸਥਾਨ ਤੋਂ ਇਹ ਮਿਹਦੇ ਦੇ ਵਿੱਚ ਤੁਰਿਆ ਰਹਿੰਦਾ ਹੈ, ਜਿਹਦੇ ਨਾਲ ਸਰੀਰ ਦੀ ਕਿਰਿਆ ਬਣੀ ਰਹਿੰਦੀ ਹੈ। ਤੇ ਜਦੋਂ ਸਵਾਸ ਦਸਮ ਦੁਆਰ ਵਿੱਚ ਟਿਕ ਜਾਂਦੇ ਨੇ, ਸਰੀਰ ਦੀ ਹਰਕਤ ਜਿਹੜੀ ਹੈ ਉਹ ਟਿਕ ਜਾਂਦੀ ਹੈ। ਫਿਰ ਉਹ ਆਨੰਦ ਸੁਣਨ ਦਾ ਆਨੰਦ ਮਾਣਦੇ ਨੇ। ਤੇ ਜਦੋਂ ਫਿਰ ਉਹ ਆਪਣੇ ਸਵਾਸਾਂ ਦੀ ਕਿਰਿਆ ਨੂੰ ਦਸਮ ਦੁਆਰ ਚੋਂ ਪ੍ਰਾਣ ਉਤਾਰਦੇ ਨੇ, ਸਰੀਰ ਦੀ ਕਿਰਿਆ ਸ਼ੁਰੂ ਹੁੰਦੀ ਹੈ ਤੇ ਉਸੇ ਆਨੰਦ ਵਿੱਚ ਮਗਨ ਹੋ ਜਾਂਦੇ ਨੇ। ਇਸ ਤਰ੍ਹਾਂ ਦਾ ਆਨੰਦ ਮੇਰੇ ਸਤਿਗੁਰੂ ਜੀ ਦਾ ਇੱਕ ਐਸਾ ਹੈ। ਪਰ ਜਿਹੜੇ ਅਸੀਂ ਆਮ ਜੀਵ ਹਾਂ, ਜਿਹਨਾਂ ਨੂੰ ਅਜੇ ਨਾ ਤਾਂ ਐਸਾ ਆਨੰਦ ਕਿਤੇ ਭਾਗਾਂ ਨਾਲ ਮਿਲਿਆ, ਤੇ ਨਾ ਹੀ ਐਸੇ ਆਨੰਦ ਮਾਨਣ ਵਾਲੇ ਭਾਗਾਂ ਨਾਲ ਕਿਤੇ ਮਹਾਂਪੁਰਸ਼ਾਂ ਦਾ ਐਸੇ ਜੀਵਨ ਤਤ ਬੇਤਿਆਂ ਦਾ ਦਰਸ਼ਨ ਕਦੇ ਹੋਇਆ ਨਹੀਂ। ਇਸ ਕਰਕੇ ਸਾਡੀ ਅਕਲ ਜਿਹੜੀ ਹੈ ਉੱਥੇ ਸੁੰਨ ਹੋ ਜਾਂਦੀ ਹੈ ਵੀ ਇਹ ਕਿੱਦਾਂ ਹੋ ਸਕਦਾ ਹੈ। ਪਰ ਬਾਣੀ ਵਿੱਚ ਜੋ ਲਿਖਿਆ ਸਤ ਹੈ। ਰਹੋ ਆਨੰਦ ਸਦਾ ਉਰਮਾਹੀ। ਗਰੀਬ ਨਵਾਜ ਤੁਹਾਡੀ ਕਿਰਪਾ ਦਾ ਸਦਕਾ ਹੁਣ ਮੈਂ ਆਪਣੇ ਹਿਰਦੇ ਵਿੱਚ ਸਦਾ ਆਨੰਦ ਸਹਿਤ ਰਿਹਾ। ਬੜਾ ਖੇੜਾ, ਬੜਾ ਆਨੰਦ ਹੈ ਜੀ ਤੁਹਾਡੀ ਕਿਰਪਾ। ਹੁਣ ਮੇਰੀ ਭੁੱਖ ਤੁਸੀਂ ਮਿਟਾ ਦਿੱਤੀ ਹੈ। ਆਵਨ ਚਾਹੇ ਹੋਤ ਕਬ ਨਾਹੀ। ਹੁਣ ਮਹਾਰਾਜ ਕਦੇ ਖਾਣ ਦੀ ਇੱਛਾ ਹੀ ਨਹੀਂ ਹੋਈ ਹੈ, ਤੁਹਾਡੀ ਕਿਰਪਾ ਦਾ ਸਦਕਾ। ਕਹਿਤ ਸੁਨਤ ਤਿਹ ਗਿਰ ਪਰ ਆਏ। ਇਉਂ ਬਚਨ ਬਿਲਾਸ ਕਹਿੰਦੇ ਸੁਣਦੇ ਹੋਏ ਮੇਰੇ ਸਤਿਗੁਰੂ ਪਾਤਸ਼ਾਹ ਜੀ ਉਸ ਪਹਾੜ ਦੂਸਰੇ ਉੱਤੇ ਆ ਗਏ ਹਨ, ਜਹਾਂ ਬਿਟਪ ਫਲ ਸਹਿਤ ਸੁਹਾਏ। ਸ਼ੀਲਾ ਗੁਰ ਪਹਾੜ ਤੋਂ ਅਗਲੇ ਪਹਾੜ ਤੇ ਜਦੋਂ ਪਹੁੰਚੇ ਨੇ, ਉੱਥੇ ਦੇਖਿਆ ਬੜੇ ਸੁੰਦਰ ਦਰਖਤ ਨੇ। ਕੁਦਰਤ ਦੀ ਰਚਨਾ ਹੈ, ਬਨਸਪਤੀ ਹੈ ਔਰ ਸੁੰਦਰ ਇਹ ਬ੍ਰਖਸ਼ ਜਿਹੜੇ ਨੂੰ ਫਲ ਲੱਗੇ ਹੋਏ ਨੇ। ਅਨਕ ਰੰਗ ਕੇ ਸੁਮਨ ਸੁਹਾਵਨ। ਤੱਕਦੇ ਨੇ, ਕੁਦਰਤ ਦੀ ਸੁੰਦਰਤਾ ਐਸੀ ਹੈ, ਬੜੇ ਸੁੰਦਰ ਸੁੰਦਰ ਫਲ ਖਿੜੇ ਹੋਏ ਨੇ ਨਾਨਾ ਭਾਂਤ ਦੇ। ਜਿਨ ਪਰ ਭੌਰੇ ਕਰਹਿ ਪ੍ਰਮਵਾਵਨ। ਤੋ ਪ੍ਰਮਾਵਨ ਕਹਿੰਦੇ ਜਿਨ੍ਹਾਂ ਦੇ ਉੱਤੇ ਬੜੇ ਸੁੰਦਰ ਭੌਰੇ ਜਿਹਨੇ ਸੋ ਇਸ ਪ੍ਰਕਾਰ ਘੁੰਮ ਰਹੇ ਨੇ, ਗੂੰਜ ਰਹੇ, ਆਨੰਦ ਮਾਣ ਰਹੇ ਹਨ। ਲਤਾ ਬਹੁਤ ਜਿਨ ਸੋ ਉਰਜਾਨੀ। ਤੋ ਬਹੁਤ ਸੁੰਦਰ ਸੁੰਦਰ ਵੇਲਾਂ ਨੇ, ਔਰ ਉਹ ਵੇਲਾਂ ਜਿਹੜੇ ਇੱਕ ਦੂਜੇ ਉਰਜੀਆਂ ਹੋਈਆਂ ਨੇ, ਫਸੀਆਂ ਹੋਈਆਂ ਹਨ। ਸੁੰਦਰ ਅਤ ਛਾਇਆ ਸੁਖਦਾਨੀ। ਬੜੀ ਸੁਖ ਦੇਣ ਵਾਲੀ ਅਤਿਅੰਤ ਹੀ ਗੂੜੀ ਛਾਂ ਹੈ ਉੱਥੇ। ਅਨਕ ਬਿਦਨ ਲਾਗੇ ਫਲ ਸਰਸੰ। ਤੋ ਬਹੁਤ ਸਰਸੰ, ਬਹੁਤ ਸਾਰੇ ਅਨੇਕ ਭਾਂਤ ਭਾਂਤ ਦੇ ਸੁੰਦਰ ਸੁੰਦਰ ਫਲ ਲੱਗੇ ਹੋਏ ਨੇ। ਸਾਖਾ ਭਾਰ ਭੂਮ ਸੋ ਪਰਸੰ। ਤੋ ਇਸ ਪ੍ਰਕਾਰ ਜਦੋਂ ਫਲ ਲੱਗੇ ਨੇ, ਤੇ ਇਸ ਪ੍ਰਕਾਰ ਜਿਹੜੀਆਂ ਉਹ ਟਾਹਣੀਆਂ ਨੇ ਦਰਖਤਾਂ ਦੀਆਂ, ਉਹ ਧਰਤੀ ਨੂੰ ਛੋਹ ਰਹੀਆਂ ਨੇ। ਇਸ ਦਾ ਪ੍ਰਮਾਣ ਮਹਾਰਾਜ ਨੇ ਬਾਣੀ ਵਿੱਚ ਦਿੱਤਾ ਹੈ। ਕਹਿੰਦੇ ਵੇ ਇਹ ਮਨੁੱਖ ਦਰਖਤ ਵੱਲ ਹੀ ਵੇਖ ਲਾ, ਕਿੱਡਾ ਪਰਉਪਕਾਰੀ ਹੈ, ਇੱਕ ਸੂਝ ਹੈ। ਤਾਂ ਹਜ਼ੂਰ ਪਾਤਸ਼ਾਹ ਨੇ ਬਚਨ ਕੀਤਾ ਬਾਣੀ ਦੇ ਅੰਦਰ, ਕਹਿੰਦੇ ਦੇਖੋ ਦ੍ਰੁਮ ਸਪੂਰ ਜੋ ਨਿਵੈ ਖਵੈ ਕਸ ਬਿਮਲ ਵਿਚਾਰ ਹੈ। ਕਿੱਡਾ ਬਿਮਲ ਉਜਲ ਵਿਚਾਰ ਹੈ ਦਰਖਤ ਦਾ। ਉਸ ਦੀ ਟਾਹਣੀ ਨੂੰ ਫਲ ਲੱਗੇ ਹੋਏ ਨੇ। ਜਿਵੇਂ ਜਿਵੇਂ ਫਲ ਲੱਗਦੇ ਨੇ, ਫਲ ਪੱਕਦੇ ਨੇ, ਤੇ ਉਹ ਟਾਹਣੀਆਂ ਨਿਉਂਦੀਆਂ ਨੇ। ਇਸ ਵਾਸਤੇ ਕਿ ਕੋਈ ਵੀ ਇੱਛਾ ਵਾਲਾ, ਫਲਾਂ ਨੂੰ ਛਕਣ ਵਾਲਾ ਆਵੇ ਤੇ ਦਰਖਤ ਝੁੱਕ ਕੇ ਕਹਿੰਦਾ ਵੀ ਆ ਭਾਈ ਸੱਜਣਾ, ਮੈਂ ਤੇਰੇ ਵਾਸਤੇ ਫਲ ਲਈ ਬੈਠਾ, ਤੂੰ ਲੈ ਕਰਕੇ ਇਹਨੂੰ ਖਾ ਸਕਦਾ। ਕਿਤਨੀ ਨਿਮਰਤਾ ਹੈ, ਨਾਲੇ ਫਲ ਦੇਣਾ ਹੈ, ਨਾਲੇ ਝੁਕਦਾ ਹੈ। ਇਸ ਵਾਸਤੇ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਭਗਤੀ ਕਰਨੀ ਹੈ, ਜਿਵੇਂ ਜਿਵੇਂ ਭਗਤੀ ਕਰਕੇ ਵਾਹਿਗੁਰੂ ਪਰਮੇਸ਼ਵਰ ਦੇ ਗੁਣਾਂ ਦੀ ਪ੍ਰਾਪਤੀ ਹੋਵੇ, ਤਿਵੇਂ ਤਿਵੇਂ ਨਿਮਰਤਾ ਆਵੇ, ਤਾਂ ਕਹਿੰਦੇ ਨੇ ਸਫਲਤਾ ਹੈ। ਪਰ ਜੇ ਕਿਤੇ ਹਉਮੈ ਆ ਗਈ ਤੇ ਫਿਰ ਗੱਲ ਉਲਟ ਹੋ ਜਾਣੀ ਹੈ। ਮਨ ਹੋ ਅਸਥਿਤ ਜੋ ਆਵਤ ਪਾਸਾ। ਸੋ ਇਸ ਪ੍ਰਕਾਰ ਕਹਿੰਦੇ ਮਨ ਕਿਉਂ ਨਿਵੇਂ ਹੋਏ ਨੇ, ਇਸ ਵਾਸਤੇ ਵੀ ਅਥਿਤ ਜਦੋਂ ਕੋਈ ਅਭਿਆਗਤ ਕੋਈ ਸਾਧੂ ਇਸ ਪ੍ਰਕਾਰ ਬਰਕਤ ਕੋਈ ਆਵੇ, ਹਾਂ
ਸਾਡੇ ਪਾਸ ਦਰਖਤ ਸੋਚਦਾ ਹੈ। ਦੇਨੇ ਹੇਤ ਝੁਕੇ ਫਲ ਰਾਸਾ। ਉਹਨਾਂ ਸਾਧੂਆਂ ਨੂੰ, ਮਹਾਤਮਾ ਨੂੰ, ਭੁੱਖਿਆਂ ਨੂੰ, ਕਿਸੇ ਨੂੰ ਜਿਹੜਾ ਵੀ ਨੇੜੇ ਆਵੇ ਉਸ ਨੂੰ ਫਲ ਦੇਣ ਵਾਸਤੇ ਉਹ ਝੁਕ ਕਰਕੇ ਲਈ ਖੜਾ, ਆਪ ਹੀ ਸੱਜਣਾ ਮੈਂ ਤੇਰੇ ਵਾਸਤੇ ਫਲ ਲਈ ਖੜਾ, ਤੂੰ ਪ੍ਰਾਪਤ ਕਰ। ਬਿਨ ਹੀ ਸ਼ਰਮ ਲੈ ਤੋਰ ਸੁਖਾਰੇ। ਤਾਂ ਕਿ ਉਸ ਨੂੰ ਕੋਈ ਯਤਨ ਨਾ, ਸ਼ਰਮ, ਥਕਾਵਟ, ਕਸ਼ਟ ਨਾ ਕਰਨਾ ਪਵੇ। ਜੇ ਉੱਚਾ ਫਲ ਲੱਗਿਆ ਹੋਵੇ ਉਹਦੇ ਲਈ ਕੋਈ ਕਸ਼ਟ ਕਰਨਾ ਪਊ, ਪਰ ਦਰਖਤ ਝੁਕ ਕਰਕੇ ਨੀਵਾਂ ਹੋ ਜਾਂਦਾ ਫਲ ਦੇਣ ਵਾਸਤੇ। ਖਾਮਹਿ ਸਾਧ ਸੁਦਾ ਨਿਰਵਾਰੇ। ਤੋ ਇਸ ਪ੍ਰਕਾਰ ਸਵਾਦ ਦੇ ਸਹਿਤ ਉਹਨਾਂ ਨੂੰ ਇਸ ਪ੍ਰਕਾਰ ਫਲਾਂ ਨੂੰ ਲੈ ਕੇ ਖਾਵੇ, ਆਪਣੀ ਭੁੱਖ ਨੂੰ ਨਿਵਰਤ ਕਰੇ। ਦੋਹਰਾ ਉਪਕਾਰੀ ਜੋ ਪੁਰਖ ਹੈ। ਤੋ ਕਿਹਾ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਦਰਖਤ ਪਰਉਪਕਾਰ, ਇਸ ਤਰ੍ਹਾਂ ਜਿਹੜੇ ਪਰਉਪਕਾਰੀ ਪੁਰਸ਼ ਲੋਕ ਹੁੰਦੇ ਹਨ, ਸਿੱਖਿਆ ਤਿਹ ਜਨ ਦੇਤ। ਉਹਨਾਂ ਦੇ ਤਾਈ ਮਾਨੋ ਕਿ ਇਹ ਦਰਖਤ ਸਿੱਖਿਆ ਦੇ ਰਿਹਾ ਹੈ। ਕਰ ਉਪਕਾਰ ਸੋ ਨਿਵ ਚੱਲੋ। ਤੋ ਇਹ ਉਪਦੇਸ਼ ਦਿੰਦਾ ਹੈ ਭਾਈ ਪਰਉਪਕਾਰ ਕਰੋ, ਪਰ ਪਰਉਪਕਾਰ ਕਰਕੇ ਮਾਣ ਨਾ ਕਰੋ, ਨੀਵੇਂ ਹੋ ਕੇ ਚੱਲੋ, ਇਹ ਸਿੱਖਿਆ ਮਿਲਦੀ ਹੈ। ਦੀਨ ਦੁਨੀ ਸੁਖ ਹੇਤ। ਤਾਂ ਕਿ ਤੁਹਾਨੂੰ ਦੀਨ ਤੇ ਦੁਨੀ, ਦੀਨ ਆ ਲੋਕ ਤੇ ਦੁਨੀ ਅਗਲਾ ਲੋਕ, ਦੋਨਾਂ ਲੋਕਾਂ ਦੇ ਵਿੱਚ ਦੀਨ ਦੁਨੀਆ ਦਰਕ ਮੰਦੇ ਆ ਪਰਿ ਰੁਖਸਾਰ ਮਾ। ਭਾਈ ਨੰਦ ਲਾਲ ਸਾਹਿਬ ਜੀ ਨੇ ਗੁਰੂ ਕਲਗੀਧਰ ਦੀ ਸਿਫਤ ਕੀਤੀ। ਦੋਨਾਂ ਲੋਕਾਂ ਦੇ ਵਿੱਚ ਸੁਖ ਪ੍ਰਾਪਤੀ ਵਾਸਤੇ ਤੁਸੀਂ ਸੋ ਪਰਉਪਕਾਰ ਵੀ ਕਰਨਾ ਹੈ, ਨਾਲ ਨਿਮਰਤਾ ਚਾਹੀਦੀ, ਨੀਵੇਂ ਹੋ ਕੇ ਚੱਲਣਾ ਹੈ। ਚਉਪਈ ਸੀਤਲ ਬਿਮਲੰ ਨੌਰਾ ਨੀਰੰ। ਇਸ ਪ੍ਰਕਾਰ ਦੇਖੋ ਜਿਸ ਤਰ੍ਹਾਂ ਜਲ ਦਾ ਪ੍ਰਵਾਹ ਚੱਲਦਾ ਹੈ, ਸੀਤਲ ਠੰਡਾ, ਤੇ ਇਸ ਪ੍ਰਕਾਰ ਨਿਰਮਲ ਉਜਲ ਨੌਰਾ ਪ੍ਰਵਾਹ ਜਲ ਦਾ ਚੱਲਦਾ ਜਿਸ ਤਰੀਕੇ ਨਾਲ। ਮਾਰਗ ਸ਼ਰਮ ਕੀ ਖੋਵਤ ਪੀਰੰ। ਦੇਖੋ ਜਿੱਥੇ ਜਿੱਥੇ ਸੋ ਜਲ ਦਾ ਪ੍ਰਵਾਹ ਚੱਲਦਾ ਹੈ, ਸੋ ਨਾਲਿਆਂ ਦੇ ਰੂਪ ਵਿੱਚ, ਦਰਿਆਵਾਂ ਦੇ ਰੂਪ ਵਿੱਚ, ਸੋ ਦੇਖੋ ਰਾਹੀ ਪਾਂਦੀ ਇਸ਼ਨਾਨ ਕਰਦੇ ਨੇ, ਜਲ ਛਕਦੇ ਨੇ, ਥਕਾਵਟ ਲੱਥਦੀ ਹੈ, ਪਿਆਸ ਬੁਝਦੀ ਹੈ ਜਲ ਛਕ ਕੇ। ਸਗਨ ਸੁਹਾਵਨ ਛਾਇਆ ਜਹਵਾ। ਤੇ ਜਿੱਥੇ ਬੜੀ ਸੁੰਦਰ ਦਰਖਤਾਂ, ਜਿੱਥੇ ਜਲ ਹੋਵੇਗਾ ਦਰਖਤ ਹੋਣਗੇ, ਦਰਖਤਾਂ ਦੀ ਸੰਘਣੀ ਛਾਂ ਸੁੰਦਰ ਜੋ ਹੈ। ਵੈਸੇ ਸ੍ਰੀ ਨਾਨਕ ਪਿਖ ਤਹਿਵਾ। ਇਹੋ ਜਿਹੀ ਜਗ੍ਹਾ ਵੇਖ ਕਰਕੇ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਉੱਥੇ ਬੈਠੇ, ਕਿਉਂ ਇਹ ਇੱਕ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਜੀਵਨ ਹੈ ਤੇ ਗੁਰੂ ਸਾਹਿਬ ਨੇ ਕਿਹਾ ਪਹਿਲਾ ਪਾਣੀ ਜੀਵ ਹੈ। ਹਮੇਸ਼ਾ ਰਿਸ਼ੀਆਂ ਮੁਨੀਆਂ ਤਪਸਵੀ ਲੋਕਾਂ ਨੇ ਭਾਵੇਂ ਜੰਗਲ ਤੇ ਭਾਵੇਂ ਪਹਾੜ ਤੇ ਭਾਵੇਂ ਇਸ ਧਰਤੀ ਦੇ ਉੱਤੇ ਕੋਈ ਕਿਨਾਰਾ ਲਿਆ, ਜਲ ਦੇ ਕਿਨਾਰੇ ਬੈਠ ਕੇ ਹੀ ਕੋਈ ਭਜਨੀਕ ਲੋਕਾਂ ਨੇ ਭਜਨ ਕੀਤਾ, ਕਿਉਂਕਿ ਜੀਵਨ ਲਈ ਪਾਣੀ ਚਾਹੀਦਾ। ਇਸ ਵਾਸਤੇ ਮੇਰੇ ਸਤਿਗੁਰੂ ਜੀ ਨੇ ਦੇਖਿਆ ਸੁੰਦਰ ਨਿਰਮਲ ਜਲ ਚੱਲ ਰਿਹਾ ਹੈ, ਸੋਹਣੇ ਸੁੰਦਰ ਦਰਖਤਾਂ ਦੀ ਸੰਘਣੀ ਛਾਂ ਹੈ, ਗੁਰੂ ਨਾਨਕ ਸਾਹਿਬ ਜੀ ਉੱਥੇ ਬੈਠ ਗਏ ਹਨ। ਬਾਰ ਫਰ ਮਦਰ ਤੋਰ ਮਰਦਾਨੇ। ਤੇ ਮਰਦਾਨੇ ਨੇ ਸੇਵਾ ਕੀਤੀ, ਸੋਹਣੇ ਸੋਹਣੇ ਦੇਖ ਕਰਕੇ ਫਲ ਸਵਾਦੀ ਤੋੜ ਕੇ ਲਿਆਂਦੇ ਹਨ। ਗੁਰ ਅਗਰਜ ਰਾਖੇ ਤਬਿਆਨੇ। ਲਿਆ ਕਰਕੇ ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਲਿਆ ਕੇ ਰੱਖ ਦਿੱਤੇ ਹਨ। ਸੁੰਦਰ ਸਰਸ ਦੇਖ ਮਨ ਭਾਏ। ਤੇ ਸੋਹਣੇ ਰਸ ਵਾਲੇ ਦੇਖ ਕੇ ਜਿਹੜੇ ਮਨ ਨੂੰ ਬਹੁਤ ਭਾਉਂਦੇ, ਚੰਗੇ ਲੱਗਦੇ ਹਨ। ਸ੍ਰੀ ਗੁਰ ਕਰ ਮੈਂ ਅਰਦ ਉਠਾਏ। ਤੇ ਮੇਰੇ ਸਤਿਗੁਰੂ ਨਾਨਕ ਸਾਹਿਬ ਨੇ ਅੱਧੇ ਕੁ ਫਲ ਉਹਦੇ ਵਿੱਚੋਂ ਆਪਣੇ ਹੱਥਾਂ ਨਾਲ ਚੁੱਕੇ ਹਨ। ਸੋ ਮੋਕੋ ਦੀਨੇ ਤਿਹ ਕਾਲਾ। ਤੋ ਕਹਿੰਦੇ ਨੇ ਵੀ ਮੈਨੂੰ ਦਿੱਤੇ ਮੇਰੇ ਸਤਿਗੁਰੂ ਪਾਤਸ਼ਾਹ ਭਾਈ ਬਾਲਾ ਜੀ ਕਹਿੰਦੇ ਹਨ, ਰਾਖੇ ਅਰਦੰ ਆਪ ਕਿਰਪਾਲਾ। ਮੇਰੇ ਕਿਰਪਾਲੂ ਸਤਿਗੁਰੂ ਅੱਧੇ ਕ ਆਪਣੇ ਵਾਸਤੇ ਰੱਖ ਲਏ ਹਨ। ਮਰਦਾਨਾ ਤੋਰੈ ਸੋ ਖਾਵਤ। ਤੇ ਮਰਦਾਨਾ ਕਹਿੰਦਾ ਮੈਂ ਤੇ ਨਾਲੋਂ ਨਾਲ ਤੋੜ ਤੋੜ ਕੇ ਛਕੂੰਗਾ। ਮਰਦਾਨਾ ਤੋੜ ਤੋੜ ਕੇ ਮਰਜੀ ਦੇ ਫਲ ਛਕ ਰਿਹਾ ਹੈ। ਜੋ ਮਹਾਰਾਜ ਨੂੰ ਭੇਟਾ ਕੀਤੇ ਨੇ ਗੁਰੂ ਸਾਹਿਬ ਨੇ ਅੱਧੇ ਭਾਈ ਬਾਲਾ ਜੀ ਨੂੰ ਦਿੱਤੇ ਨੇ, ਅੱਧੇ ਆਪ ਛਕੇ ਹਨ। ਸਾਧ ਸੁਦਾ ਸਮ ਅਦਕ ਅਗਾਵਤ। ਤੋ ਕਹਿੰਦੇ ਨੇ ਭਾਈ ਮਰਦਾਨਾ ਛਕਦਾ ਹੈ, ਬੜਾ ਅੰਮ੍ਰਿਤ ਵਰਗਾ ਸੁੰਦਰ ਸਵਾਦ ਹੈ ਉਹਨਾਂ ਫਲਾਂ ਦਾ। ਸੋ ਛਕ ਕਰਕੇ ਰੱਜ ਗਿਆ, ਢਿੱਡ ਭਰ ਗਿਆ ਹੈ। ਦੋਹਰਾ ਸੋਰ ਸਕੇ ਨ ਖਾਏ। ਬਹੁ ਗਰ ਲਉ ਉਦਰੰਗ ਪੂਰ। ਤੋ ਕਹਿੰਦੇ ਨੇ ਸੋ ਮਰਦਾਨੇ ਨੂੰ ਸਵਾਦ ਕਹਿੰਦੇ ਢਿੱਡ ਤੇ ਭਰ ਲਿਆ, ਗਲ ਤੱਕ ਭਰ ਲਿਆ, ਪਰ ਕਹਿੰਦੇ ਸਵਾਦ ਆ ਛੱਡ ਸਕਦਾ ਨਹੀਂ ਹੈ। ਤੋਰ ਚੀਰ ਮਹਿ ਪਾਏ ਕਸ ਬਾਂਧੇ ਸਵਾਦੰ ਭੂਰ। ਸਵਾਦ ਬੜੇ ਲੱਗੇ ਨੇ, ਕਹਿੰਦੇ ਪੇਟ ਤੇ ਭਰ ਗਿਆ, ਕੁਛ ਤੋੜ ਕਰਕੇ ਆਪਣੇ ਪੱਲੇ ਵੀ ਬੰਨ੍ਹ ਲਏ ਨੇ ਵੀ ਜਦੋਂ ਫੇਰ ਭੁੱਖ ਲੱਗੂ ਛਕਾਂਗੇ। ਚਉਪਈ ਬੈਸਿਓ ਗੁਰ ਸਮੀਪ ਸੋ ਆਨਾ। ਤਾਂ ਆ ਕਰਕੇ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਪਾਸ ਹੁਣ ਬੈਠ ਗਿਆ ਰੱਜ ਪੁੱਜ ਕੇ ਗੁਰੂ ਕੋਲ। ਬਿਗਸਤ ਬੋਲੇ ਮਇਆ ਨਿਧਾਨਾ। ਕਿਰਪਾ ਦੇ ਖਜ਼ਾਨੇ ਹੱਸ ਕੇ ਸੋ ਮਹਾਰਾਜ ਖੇੜੇ ਬਣਦੇ,
ਬਖਸ਼ਿਸ਼ ਕੀਤੀ, ਬਚਨ ਕੀਤਾ ਹੈ ਜੀ। ਜੇ ਨਾ ਅਗਾਇਓ ਔਰ ਹੈ ਲੀਜੈ। ਮਹਾਰਾਜ ਕਹਿੰਦੇ ਮਰਦਾਨਾ ਜੇ ਰੱਜ ਨਹੀਂ ਨਾ ਹੋਇਆ ਤੇ ਹੋਰ ਲੈ ਲਾ। ਮੇਰੇ ਸਤਿਗੁਰੂ ਪਾਤਸ਼ਾਹ ਬਿਲਾਸ ਕਰਦੇ ਹਨ। ਮਨ ਭਾਵਨ ਸੇ ਖਾਵਨ ਕੀਜੈ। ਭਾਈ ਹੁਣ ਆਪਣੇ ਮਨ ਦੀ ਤਸੱਲੀ ਕਰ ਲੈ, ਜਿੰਨਾ ਕਿ ਚਿੱਤ ਕਰਦਾ ਰੱਜ ਕੇ ਛਕਲਾ ਹੈ। ਸ੍ਰੀ ਪ੍ਰਭ ਮੈਂ ਬਹੁ ਰਹਿਓ ਅਗਾਈ। ਕਹਿਣ ਲੱਗਾ ਮਹਾਰਾਜ ਮੈਂ ਬਹੁਤ ਰੱਜ ਗਿਆ ਜੀ, ਬੜੇ ਛਕੇ ਹਨ ਫਲ। ਖਾਵਨ ਤ੍ਰਿਸ਼ਨਾ ਸਕਲ ਮਿਟਾਈ। ਤੇ ਖਾਣ ਦੀ ਇੱਛਾ ਤੇ ਤੁਸੀਂ ਸਾਰੀ ਮਿਟਾ ਛੱਡੀ, ਮੇਰੀ ਕਿਰਪਾ ਕੀਤੀ, ਸੰਤੁਸ਼ਟੀ ਬਖਸ਼ੀ ਹੈ। ਜੇ ਅਬ ਰਾਵਰ ਕੀ ਰੁਚ ਦੇਵਨ। ਤੇ ਮਹਾਰਾਜ ਠੀਕ ਹੈ, ਸੋ ਮੈਂ ਰੱਜਿਆ ਤੇ ਹੋਇਆ, ਫਿਰ ਜੇ ਤੁਹਾਡੀ ਖੁਸ਼ੀ ਆ ਤੇ ਮਹਾਰਾਜ ਫਿਰ ਕਿਰਪਾ ਕਰ ਦਿਓ ਥੋੜਾ ਜਿਹਾ। ਇੱਕ ਦੋਏ ਦੋਹੋ ਦੇਹੋ ਖਾਵੋ ਕਰ ਲੇਵਨ। ਤੇ ਮਹਾਰਾਜ ਤੁਹਾਡੇ ਹੱਥ ਦਾ ਪ੍ਰਸ਼ਾਦ ਜੋ ਇੱਕ ਦੋ ਫਲ ਦੇ ਦਿਓ, ਮਹਾਰਾਜ ਉਹ ਮੈਂ ਛਾਕੀ ਲਊਂਗਾ। ਨਿਜ ਕਰ ਸੋ ਗੁਰ ਫਰ ਜੁਗ ਦੀਨੇ। ਤੇ ਆਪਣੇ ਹੱਥਾਂ ਨਾਲ ਧੰਨ ਗੁਰੂ ਨਾਨਕ ਸਾਹਿਬ 2 ਫਲ ਫਿਰ ਹੋਰ ਦਿੱਤੇ ਮਰਦਾਨਾ ਜੀ ਨੂੰ। ਲੈ ਕਰ ਤਬ ਹੀ ਖਾਵਨ ਕੀਨੇ। ਤੇ ਲੈ ਕਰਕੇ ਬੜੇ ਪ੍ਰੇਮ ਦੇ ਨਾਲ ਮਰਦਾਨਾ ਜੀ ਨੇ ਗੁਰੂ ਦਾ ਪ੍ਰਸ਼ਾਦ ਜਾਣ ਕੇ ਛਕ ਲਏ ਹਨ। ਖਾਣੇ ਕੀ ਰੁਚ ਉਦਰ ਅਗਾਇਓ। ਤੋ ਕਹਿੰਦੇ ਨੇ ਰੁਚੀ ਤਾਂ ਹੈ ਵੀ ਹੋਰ ਛਕ ਲਈ, ਪਰ ਹੁਣ ਪੇਟ ਭਰ ਗਿਆ ਹੈ। ਤੇਸ਼ਨ ਬਹੁਰ ਬੈਨ ਅਲਾਇਓ। ਤੇ ਫਿਰ ਮੇਰੇ ਹਜੂਰ ਨੇ ਬਚਨ ਕੀਤਾ, ਕਹਿੰਦੇ ਹਨ ਸਤਿਗੁਰੂ ਦੋਹਰਾ ਸਾਧ ਸੁਦਾ ਸਮ ਫਲ ਮਧੁਰ। ਤੋ ਕਹਿੰਦੇ ਨੇ ਮਹਾਰਾਜ ਸੋ ਇਸ ਪ੍ਰਕਾਰ ਬੜੇ ਮਿੱਠੇ ਨੇ, ਅੰਮ੍ਰਿਤ ਵਰਗਾ ਸਵਾਦ ਹੈ ਫਲਾਂ ਦਾ। ਇਹਾਂ ਕੌਣ ਇਨ ਖਾਏ। ਮਰਦਾਨਾ ਕਹਿੰਦਾ ਮਹਾਰਾਜ ਐਡੇ ਸੋਹਣੇ ਸਵਾਦੀ ਇੱਥੇ ਲੱਗੇ ਹੋਏ ਨੇ, ਕੌਣ ਛਕਦਾ ਇਹਨਾਂ ਫਲਾਂ ਦੇ ਤਾਈ। ਕਿਦੋਂ ਬਾਅਦ ਇਹ ਜਾਵਈ। ਤੇ ਜਾਂ ਮਹਾਰਾਜ ਵੀ ਵਿਅਰਥੀ ਜਾਂਦੇ ਨੇ, ਫਲ ਲੱਗਦੇ ਨੇ, ਕੋਈ ਖਾਣ ਵਾਲਾ ਹੈ ਨਹੀਂਗਾ, ਵੀ ਪੱਕ ਕੇ ਸੜ ਕੇ ਸੁੱਕ ਕੇ ਖਤਮ ਹੋ ਜਾਂਦੇ ਨੇ, ਕਿ ਜਾਂ ਹੈ ਕੋਈ ਛਕਣ ਵਾਲਾ ਇੱਥੇ। ਮਾਨਵ ਕੋ ਨਾ ਦਿਸਾਏ। ਕਿਉਂਕਿ ਇੱਥੇ ਮਨੁੱਖੀ ਸਰੀਰ ਤਾਂ ਕੋਈ ਦਿਸਦਾ ਨਹੀਂ ਹੈ ਮਹਾਰਾਜ। ਚੌਪਈ ਗੁਰ ਕਹਿ ਜੇ ਨਹਿ ਖਾਵਨ ਵਾਰੋ। ਮਹਾਰਾਜ ਕਹਿੰਦੇ ਦੇਖ ਮਰਦਾਨਾ ਵਾਹਿਗੁਰੂ ਪਰਮੇਸ਼ਰ ਬਹੁਤ ਸਿਆਣਾ ਹੈ, ਜੇ ਅਗਰ ਕੋਈ ਖਾਣ ਵਾਲਾ ਨਾ ਹੋਵੇ। ਕਿਉਂ ਉਪਜਤ ਇਹ ਹਿਰਦੇ ਵਿਚਾਰੂ। ਤੇ ਮਨ 'ਚ ਵਿਚਾਰ ਕੇ ਪੈਦਾ ਹੀ ਕਿਉਂ ਹੁੰਦੇ। ਜੇ ਮਾਲਿਕ ਵਾਹਿਗੁਰੂ ਜੀ ਨੇ ਇਹ ਫਲ ਪੈਦਾ ਕੀਤੇ ਨੇ ਨਾ, ਤੇ ਖਾਣ ਵਾਲੇ ਵੀ ਜ਼ਰੂਰ ਪੈਦਾ ਕੀਤੇ ਹਨ ਇੱਥੇ। ਨਿਰੰਕਾਰ ਕੇ ਸੰਤ ਜੇ ਈਠੇ। ਜੋ ਰੱਬ ਦੇ ਈਠੇ ਪਿਆਰੇ, ਜਿਹੜੇ ਸੰਤ ਨਾ ਰੱਬ ਦੇ ਪਿਆਰੇ ਲੋਕ, ਤਿਨ ਕੇ ਹੇਤ ਕਰੇ ਫਲ ਮੀਠੇ। ਉਹਨਾਂ ਵਾਸਤੇ ਜਿਨ੍ਹਾਂ ਨੇ ਰੱਬ ਦੀ ਭਗਤੀ ਕਰਨੀ ਹੈ, ਸੋ ਇਸ ਪ੍ਰਕਾਰ ਤਪੱਸਿਆ ਸਾਧਣੀ ਹੈ, ਇਹ ਬੜੇ ਮਿੱਠੇ ਫਲ ਉਹਨਾਂ ਪਿਆਰਿਆਂ ਆਪਣਿਆਂ ਵਾਸਤੇ ਮਹਾਰਾਜ ਨੇ ਇਹ ਕੁਦਰਤੀ ਭੋਜਨ ਜਿਹੜਾ ਉਹ ਤਿਆਰ ਕੀਤਾ ਹੋਇਆ ਹੈ। ਰੁਚ ਸੋ ਖਾਏ ਲਗਾਏ ਸਮਾਧਾ। ਪ੍ਰੇਮ ਦੇ ਜਦੋਂ ਭੁੱਖ ਲੱਗਦੀ ਹੈ, ਰੁਚੀ ਨਾਲ ਛਕ ਕੇ ਰੱਜ ਕਰਕੇ ਫਿਰ ਵਾਹਿਗੁਰੂ ਦੇ ਸਿਮਰ ਸਮਾਧੀਆਂ ਲਾ ਲੈਂਦੇ ਹਨ ਉਹ। ਕਰਤ ਭਜਨ ਜਿਨ ਮੋਹ ਨਾ ਬਾਧਾ। ਤੋ ਇਸ ਪ੍ਰਕਾਰ ਉਹ ਭਜਨ ਕਰਦੇ ਨੇ ਜਿਨ੍ਹਾਂ ਨੂੰ ਮੋਹ ਦਾ ਕੋਈ ਬੰਧਨ ਨਹੀਂ ਹੈ। ਐਸੇ ਲੋਕ ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕਰਕੇ ਮੋਹ ਨੂੰ ਨਿਵਰਤ ਕੀਤਾ ਹੈ, ਅਤੇ ਉਹ ਲੋਕ ਜਿਹੜੇ ਨੇ ਸਿਮਰਨ ਕਰਦੇ ਹੋਏ ਇਹੋ ਜਿਹੇ ਸਥਾਨਾਂ ਤੇ ਟਿਕਦੇ ਹਨ। ਕਿਤਕ ਕਾਲ ਪ੍ਰਭ ਇਹ ਠਾ ਰਹਿਏ। ਤੋ ਕਹਿੰਦਾ ਮਰਦਾਨਾ ਕਹਿੰਦਾ ਮਹਾਰਾਜ ਵੀ ਜਗ੍ਹਾ ਬੜੀ ਸੋਹਣੀ ਹੈ, ਫਲ ਬੜੇ ਮਿੱਠੇ ਨੇ, ਜੇ ਕੁਝ ਸਮਾਂ ਇੱਥੇ ਟਿਕ ਜਾਓ ਤੇ ਮਹਾਰਾਜ ਆਪਾਂ ਮੌਜ ਲਈਏ। ਮਿਲੇ ਸੰਤ ਬਚ ਸੁਣੀਏ ਕਹੀਏ। ਨਾਲੇ ਤੁਸੀਂ ਕਹਿੰਦੇ ਇੱਥੇ ਸੰਤ ਮਹਾਤਮਾ ਲੋਕ ਨੇ, ਮੈਂ ਕੋ ਸੰਤਾਂ ਮਹਾਂਪੁਰਖਾਂ ਨੂੰ ਮਿਲੀਏ, ਬਚਲ ਬਿਲਾਸ ਕਰੀਏ, ਨਾਲੇ ਛਕਣ ਛਕਾਉਣ ਦਾ ਕੰਮ ਸਰੀ ਜਾਊਗਾ। ਬਿਗਸਤ ਬੋਲੇ ਕਰਨਾ ਡੀਠਾ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ, ਕਿਰਪਾ ਦ੍ਰਿਸ਼ਟੀ ਕਰਨ ਵਾਲੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਹੱਸ ਕੇ ਬੋਲੇ, ਕਹਿੰਦੇ ਹਨ ਤੋ ਕੋ ਲੱਗਿਓ ਸਵਾਦ ਫਲ ਮੀਠਾ। ਮਹਾਰਾਜ ਕਹਿੰਦੇ ਮਰਦਾਨਾ ਤੈਨੂੰ ਇਹ ਫਲ ਮਿੱਠੇ ਸਵਾਦ ਲੱਗੇ ਨੇ ਤਾਂ ਤੇਰਾ ਚਿੱਤ ਕਰਦਾ ਇੱਥੇ ਟਿਕਣ ਨੂੰ। ਪਰ ਆਹਾਰ ਕੋ ਲਾਲਚ ਮਨ ਮੈਂ। ਦੇਖ ਤੂੰ ਤਾਂ ਭੋਜਨ ਦਾ ਲਾਲਚ ਮਨ ਚ ਕਰ ਰਿਹਾ ਹੈ। ਰਾਖਿਓ ਚਾਹਤ ਅਬੇ ਤੂੰ ਬਨ ਮੈਂ। ਤੇ ਸਾਨੂੰ ਇੱਥੇ ਕਹਿੰਦੇ ਇਸ ਪਹਾੜਾਂ ਦੇ ਵਿੱਚ, ਜੰਗਲ ਦੇ ਵਿੱਚ ਸਾਨੂੰ ਰੱਖਣਾ ਚਾਹੁੰਦਾ ਹੈ ਆਪਣੇ ਸਵਾਦ ਵਾਸਤੇ। ਇਸ ਪ੍ਰਕਾਰ ਕੋ ਹਾਸ ਬਿਲਾਸਾ। ਇਉਂ ਮੇਰੇ ਸਤਿਗੁਰੂ ਪਾਤਸ਼ਾਹ ਸੇਵਕਾਂ ਨੂੰ ਖੁਸ਼ ਰੱਖਦੇ ਨੇ, ਖੇੜਾ ਵੰਡਦੇ ਨੇ, ਇਉਂ ਪ੍ਰਸੰਨਤਾ ਬਖਸ਼ਦੇ ਹੋਏ ਸਤਿਗੁਰੂ ਜੀ। ਕਰਤ ਹੋਤੇ ਤੇ ਠਾਂ ਸੁਖ ਰਾਸਾ। ਇਉਂ ਮੇਰੇ ਸਤਿਗੁਰੂ ਉਸ ਜਗ੍ਹਾ ਤੇ ਇਉਂ ਮੇਰੇ ਸਤਿਗੁਰੂ ਨੇ ਖੁਸ਼ੀਆਂ ਵੰਡੀਆਂ। ਤਹਿ ਸ਼ਨ ਏਕ ਰਿਖੀ ਚਲ ਆਇਓ। ਇੰਨੇ ਨੂੰ ਉੱਥੇ ਇੱਕ ਰਿਸ਼ੀ ਚੱਲ ਕੇ ਆਇਆ ਹੈ, ਤਪਸਵੀ ਹੈ ਜੋ ਹਰ ਸਿਮਰਨ ਮਹਿ ਜੋ ਲਪਟਾਇਓ। ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਦੇ ਭਜਨ ਵਿੱਚ ਲੀਨ ਸੀ, ਉਹ ਆ ਗਿਆ ਦਰਸ਼ਨ ਕਰਨ ਵਾਸਤੇ। ਹਮਹਿ ਬਲੋਕਤ ਬੋਲਿਓ ਸੋ। ਤੋ ਕਹਿੰਦੇ ਸਾਨੂੰ ਵੇਖ ਕੇ ਭਾਈ ਬਾਲਾ ਜੀ ਕਹਿੰਦੇ ਨੇ, ਤੋ ਇਸ ਪ੍ਰਕਾਰ ਉਸਨੇ ਬਚਨ ਕੀਤਾ, ਕਹਿੰਦਾ ਹੈ ਇਹ ਨਾ ਪਹੁੰਚਿਓ ਕਬ ਅਸ ਕੋ। ਤੇ ਮਹਾਰਾਜ
ਜਿਸ ਤਰ੍ਹਾਂ ਆਪ ਜੀ ਇੱਥੇ ਦਰਸ਼ਨ ਬਖਸ਼ ਰਹੇ ਹੋ, ਇੱਥੋਂ ਤੱਕ ਤੇ ਕਦੇ ਇਦਾਂ ਕੋਈ ਆਇਆ ਨਹੀਂ ਸਰੀਰ ਕਰਕੇ। ਉਹ ਤੁਮ ਕੈਸੇ ਆਨ ਪਹੁੰਚਾਏ ਤਾਂ ਮਹਾਰਾਜ ਤੁਸੀਂ ਕਿਸ ਤਰੀਕੇ ਨਾਲ ਇੱਥੇ ਆਣ ਕੇ ਪਹੁੰਚੇ ਹੋ ਜੀ? ਬਿਖਮ ਥਾਨ ਭੂ ਤੇ ਗਿਰ ਉੱਚੇ। ਇਹ ਪਹਾੜ ਧਰਤੀ ਤੋਂ ਬਹੁਤ ਉੱਚੇ ਨੇ। ਇੱਥੇ ਮਹਾਰਾਜ ਇਸ ਤਰੀਕੇ ਦੇ ਨਾਲ ਕੋਈ ਵੀ ਨਹੀਂ ਪਹੁੰਚਾ ਅੱਗੇ ਕੋਈ। ਅਵਲੋਕਤ ਅਚਰਜ ਉਰ ਆਏ ਹੈ। ਆਏ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਅਚਰਜ ਹੋ ਰਿਹਾ ਕਿ ਤੁਸੀਂ ਤਿੰਨ ਸਰੀਰ ਧਰਤੀ ਦਾ ਵਾਸਾ ਕਰਨ ਵਾਲੇ ਇਹੋ ਜਿਹੇ ਉੱਚੇ ਅਸਥਾਨ ਤੇ ਜੋ ਕਠਨ ਹੈ ਇੱਥੇ ਪਹੁੰਚੇ ਹੋ। ਮੈਨੂੰ ਹੈਰਾਨੀ ਇਸ ਗੱਲ ਦੀ ਵੀ ਕਿਸ ਤਰ੍ਹਾਂ ਪਹੁੰਚ ਗਏ ਇੱਥੇ। ਮੁਝੇ ਆਪਨੋ ਨਾਮ ਬਤਾਇਆ ਹੈ। ਬਤਾਈਆ ਹੈ, ਕਿਰਪਾ ਕਰੋ ਮਹਾਰਾਜ ਮੈਨੂੰ ਆਪਣਾ ਨਾਮ ਦੱਸੋ ਮਹਾਰਾਜ, ਤਾਂ ਕਿ ਪਤਾ ਲੱਗੇ ਆਪ ਜੀ ਕੌਣ ਹੋ। ਸੁਨ ਕਰ ਸ੍ਰੀ ਗੁਰ ਗਿਰਾ ਉਚਾਰੀ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਚਨ ਸੁਣਿਆ ਰਿਸ਼ੀ ਦਾ, ਤੇ ਹਜੂਰ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਹਨ ਨਾਮ ਮੋਰ ਨਾਨਕ ਨਿਰੰਕਾਰੀ। ਭਾਈ ਰਿਸ਼ੀ ਜੀ ਸਾਡਾ ਨਾਮ ਜਿਹੜਾ ਹੈ ਨਾਨਕ ਨਿਰੰਕਾਰੀ ਹੈ। ਸੰਤ ਭਗਤ ਕੇ ਦਰਸ਼ਨ ਹੇਤੇ। ਤੇ ਅਸੀਂ ਸੰਤਾਂ ਭਗਤਾਂ ਦੇ ਦਰਸ਼ਨ ਕਰਨ ਵਾਸਤੇ ਵਿਚਰਤ ਸਰਬ ਥਾਨ ਸੁਖ ਲੇਤੇ। ਸਾਰੇ ਥਾਵਾਂ ਤੇ ਵਿਚਰਦੇ ਹਾਂ, ਸੁਖ ਪ੍ਰਾਪਤ ਕਰਦੇ ਹਾਂ ਸੰਤਾਂ ਭਗਤ ਦਰਸ਼ਨ ਕਰਨ ਵਾਸਤੇ। ਬਲਕਿ ਸਾਹਿਬ ਸਤਿਗੁਰੂ ਪਾਤਸ਼ਾਹ ਸੰਤਾਂ ਭਗਤਾਂ ਤਪਸਵੀਆਂ ਜਨਾਂ ਨੂੰ ਭਾਗ ਲਾਉਣ ਲਈ, ਉਹਨਾਂ ਦੀ ਤਪੱਸਿਆ ਸਫਲ ਕਰਨ ਲਈ ਗੁਰੂ ਰੂਪ ਹੋ ਕਰਕੇ ਵਿਚਰਦੇ ਨੇ। ਪਰ ਨਿਮਰਤਾ ਇਤਨੀ ਕਿ ਸੰਤਾਂ ਭਗਤਾਂ ਦੇ ਦਰਸ਼ਨ ਕਰਨ ਵਾਸਤੇ ਅਸੀਂ ਜਾਂਦੇ ਥਾਵਾਂ ਥਾਵਾਂ ਤੇ। ਸੁਨ ਇਉ ਰਿਖ ਹਿਰਦੇ ਹਰ ਖਾਵਾ। ਇਹਨਾਂ ਬਚਨ ਸੁਣਦਿਆਂ ਹੀ ਰਿਸ਼ੀ ਬਹੁਤ ਖੁਸ਼ ਹੋਇਆ। ਖੇਤ ਬੂਝਨੇ ਬੈਨ ਅਲਾਵਾ। ਤੇ ਪੁੱਛਣ ਵਾਸਤੇ ਬਚਨ ਕੀਤਾ, ਕਹਿਣ ਲੱਗਾ ਹੈ ਸ੍ਰੀ ਨਾਨਕ ਜੇ ਹੈ ਤੁਮ ਨਾਮੂ। ਮਹਾਰਾਜ ਜੇ ਤੁਹਾਡਾ ਨਾਮ ਗੁਰੂ ਨਾਨਕ ਹੈ ਨਾ, ਤਉ ਚਰਨਨ ਹੋਏ ਮੋਰ ਪ੍ਰਣਾਮੂ। ਤਾਂ ਫਿਰ ਮੇਰੀ ਤੁਹਾਡੇ ਚਰਨਾਂ ਤੇ ਨਮਸਕਾਰ ਹੈ। ਤੁਹਾਡਾ ਨਾਮ ਸੁਣ ਕੇ ਪਤਾ ਲੱਗ ਗਿਆ ਹੈ। ਗੁਰ ਬੂਝਿਓ ਤੂੰ ਕਿਉ ਕਰ ਜਨ ਹੈ। ਤੇ ਮਹਾਰਾਜ ਕਹਿੰਦੇ ਰਿਸ਼ੀ ਜੀ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ ਸਾਡਾ ਨਾਮ? ਕਹਿਤੇ ਸੁਨ ਕੇ ਹਮੇ ਪਛਾਨ ਹੈ। ਕਿਹਦੇ ਕੋਲੋਂ ਸੁਣਿਆ ਹੈ ਜਿਸ ਕਰਕੇ ਸਾਨੂੰ ਤੂੰ ਨਾਮ ਸੁਣ ਕੇ ਪਛਾਣ ਲਿਆ ਹੈ? ਮਨਵਾਰ ਭਨੇ ਮੋਰ ਗੁਰ ਪੂਰਾ। ਤੇ ਕਹਿੰਦੇ ਇਹ ਸ੍ਰੇਸ਼ਟ ਮੁਨੀ ਕਹਿੰਦਾ ਕਿ ਮੇਰਾ ਜਿਹੜਾ ਗੁਰੂ ਸੀ ਸੋ ਪੂਰਨ ਹੈ ਇਸ ਪ੍ਰਕਾਰ। ਇਹ ਇੱਕ ਸਮੇਂ ਕਹਿਓ ਬਚਰੂਰਾ। ਉਹਨਾਂ ਨੇ ਇੱਕ ਸਮੇਂ ਤੇ ਬੜਾ ਸੁੰਦਰ ਬਚਨ ਕੀਤਾ। ਕਲੀ ਕਾਲ ਮੈਂ ਹੋਵੇ ਅਵਤਾਰਾ। ਕਲਯੁਗ ਦੇ ਸਮੇਂ ਵਿੱਚ ਅਵਤਾਰ ਪ੍ਰਗਟ ਹੋਵੇਗਾ। ਨਾਮ ਜਪਾਵਨ ਦੰਭ ਬਿਦਾਰਾ। ਨਾਮ ਨੂੰ ਜਪਾਉਣ ਲਈ ਪਖੰਡਾਂ ਦਾ ਖੰਡਨ ਕਰਨ ਵਾਸਤੇ ਐਸਾ ਸਰੂਪ ਜੋ ਪ੍ਰਗਟ ਹੋਣਾ ਹੈ। ਕਹਿੰਦੇ ਮੇਰਾ ਗੁਰੂ ਜਿਹੜਾ ਸੀ ਉਹਨਾਂ ਨੇ ਇਸ ਪ੍ਰਕਾਰ ਬਚਨ ਕੀਤਾ ਸੀ। ਇਸ ਵਾਸਤੇ ਕਹਿੰਦੇ ਮੈਨੂੰ ਪਤਾ ਹੈ ਕਿ ਆਪ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਵਰ ਦਾ ਰੂਪ ਹੋ ਜੀ। ਮਜ਼ਾਕ ਮਨਵਰ ਭਨੈ ਮੋਰ ਗੁਰ ਪੂਰਾ। ਤਿਹ ਇੱਕ ਸਮੇਂ ਕਹਿਓ ਬਚਰੂਰਾ। ਕਲੀ ਕਾਲ ਮੈਂ ਹੋਵੇ ਅਵਤਾਰਾ। ਨਾਮ ਜਪਾਵਨ ਦੰਭ ਬਿਦਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।